ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲੇ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਲਾਈਵ ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ। ਅੱਜ ਮੌਕਾ ਮਿਲਿਆ ਹੈ ਕਿੰਨੇ ਚਿਰ ਬਾਅਦ ਤੁਹਾਡੇ ਨਾਲ ਲਾਈਵ ਜੁੜਨ ਦਾ, ਅਤੇ ਜ਼ਰੂਰ ਤੁਸੀਂ ਵੀ ਸਾਡੇ ਨਾਲ ਜੁੜਿਓ। ਕਾਲ ਕਰਕੇ ਆਪ ਦੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਮੇਰੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। ਅੱਜ ਦਾ ਟੌਪਿਕ ਕੋਈ ਇੰਨਾ ਵੱਡਾ ਚੌੜਾ ਟੌਪਿਕ ਨਹੀਂ ਹੈਗਾ। ਇਹ ਸਿਰਫ ਤਾਂ ਸਿਰਫ ਦੁਨੀਆ ਦੀ ਅੱਧੀ ਪੋਪੂਲੇਸ਼ਨ ਨਾਲ ਜੁੜਿਆ ਹੋਇਆ ਹੈ। ਮੈਂ ਆਪਣੀ ਤਰਫੋਂ, ਆਪਣੀ ਪੂਰੀ ਟੀਮ ਤਰਫੋਂ, ਜਸ TV ਦੀ, ਜਸ ਬ੍ਰੌਡਕਾਸਟਿੰਗ ਦੀ ਪੂਰੀ ਟੀਮ ਤਰਫੋਂ ਸਾਡੇ ਸਾਰੇ ਦਰਸ਼ਕਾਂ ਨੂੰ हैप्पी इंटरनेशनल वुमेन्स डे ਦੀ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਹਾਂ। ਅੱਜ ਇੱਕ ਵਾਰੀ ਫਿਰ ਦੁਨੀਆ ਦੇ ਵਿੱਚ ਔਰਤ ਜਾਤ ਨੂੰ ਮਨਾਇਆ ਜਾ ਰਿਹਾ ਹੈ। ਇੱਥੇ ਇੱਕ ਇਹ ਸਵਾਲ ਬਹੁਤ ਵੱਡਾ ਉੱਠਦਾ ਹੈ ਕਿ ਔਰਤਾਂ ਨੂੰ ਅਸੀਂ ਕਿਉਂ ਇੱਕ ਦਿਨ ਹੀ ਮਨਾਉਂਦੇ ਹਾਂ। ਹਰ ਰੋਜ਼ ਮਨਾਉਣਾ ਚਾਹੀਦਾ ਹੈ, ਬਟ ਇਨ ਐਨੀ ਕੇਸ ਇਟਸ ਨਾਈਸ ਟੂ ਹੈਵ ਅ ਡੇ। ਐਂਡ ਇਸ ਦਿਨ ਬਾਰੇ ਥੋੜ੍ਹੀ ਜਿਹੀ ਹਿਸਟਰੀ ਵੀ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਾਂਗੇ। ਵੰਸ ਅਗੇਨ ਲਾਈਵ ਜੁੜੇ ਹਾਂ ਅਤੇ ਤੁਸੀਂ ਵੀ ਕਾਲ ਕਰਕੇ ਆਪ ਦੀ ਸਟੋਰੀਜ਼ ਸਾਡੇ ਨਾਲ ਇਸ ਦਿਨ ਬਾਰੇ, ਇਸ ਦਿਹਾੜੇ ਬਾਰੇ ਸ਼ੇਅਰ ਕਰ ਸਕਦੇ ਹੋ। ਕਿਸੇ ਵੀ ਪਾਵਰਫੁਲ ਵੂਮਨ ਬਾਰੇ ਕੀ ਤੁਹਾਡੇ ਐਕਸਪੀਰੀਅੰਸਿਸ ਰਹੇ ਹਨ ਕਿ ਕਿਸ ਤਰ੍ਹਾਂ ਹਲੇ ਵੀ ਸੁਸਾਇਟੀ ਦੇ ਵਿੱਚ ਕਿੰਨੀ ਹਾਰਡ ਵਰਕ, ਕਿੰਨੀ ਪ੍ਰੋਗਰੈਸ ਦੀ ਲੋੜ ਹੈਗੀ ਬਰਾਬਰੀ ਲੈ ਕੇ ਆਉਣ ਲਈ। ਜਦੋਂ ਅਸੀਂ ਇਕੁਆਲਿਟੀ ਦੀ ਗੱਲ ਕਰਦੇ ਹਾਂ ਜਾਂ ਐਕੁਇਟੀ, ਜੋ ਕਿ ਇਸ ਇੰਟਰਨੈਸ਼ਨਲ ਵੂਮੈਨਸ ਡੇ ਦੀ ਥੀਮ ਹੈਗੀ, ਐਮਬ੍ਰੇਸ ਐਕੁਇਟੀ, ਉਹਦਾ ਮਤਲਬ ਕੀ ਹੁੰਦਾ ਹੈ? ਐਂਡ ਜਿੱਥੇ ਅਸੀਂ ਸੈਲੀਬ੍ਰੇਟ ਤਾਂ ਜ਼ਰੂਰ ਕਹਿ ਰਹੇ ਹਾਂ ਕਿ ਇੰਟਰਨੈਸ਼ਨਲ ਵੂਮੈਨਸ ਡੇ ਅਸੀਂ ਸੈਲੀਬ੍ਰੇਟ ਕਰਦੇ ਹਾਂ, ਅਸੀਂ ਮਨਾ ਰਹੇ ਹਾਂ, ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਵੱਖ-ਵੱਖ ਕੋਨੇ ਦੇ ਵਿੱਚ ਸੈਲੀਬ੍ਰੇਸ਼ਨ ਨਹੀਂ, ਡੈਮੋਨਸਟ੍ਰੇਸ਼ਨਸ ਵੇਖਣ ਨੂੰ ਮਿਲ ਰਹੀਆਂ, ਪ੍ਰੋਟੈਸਟਸ ਵੇਖਣ ਨੂੰ ਮਿਲ ਰਹੀਆਂ। ਬਿਕੋਜ਼ ਇਸ ਵੂਮੈਨਸ ਡੇ ਦੇ ਵਿੱਚ ਹਾਲੇ ਵੀ ਇਨਇਕੁਆਲਿਟੀ ਇੰਨੇ ਵੱਡੇ ਲੈਵਲ 'ਤੇ ਐਗਜ਼ਿਸਟ ਕਰਦੀ ਹੈ ਔਰਤਾਂ ਖਿਲਾਫ, ਨਾ ਕਿ ਸਿਰਫ ਡਿਵੈਲਪਿੰਗ ਨੇਸ਼ਨਸ ਦੇ ਵਿੱਚ, ਥਰਡ ਵਰਲਡ ਕੰਟਰੀਜ਼ ਦੇ ਵਿੱਚ, ਬਟ ਡਿਵੈਲਪਡ ਨੇਸ਼ਨਸ ਦੇ ਵਿੱਚ। ਸੋ ਈਵਨ ਦੋ ਵੂਮੈਨਸ ਡੇ, ਇੰਟਰਨੈਸ਼ਨਲ ਵੂਮੈਨਸ ਡੇ 100 ਤੋਂ ਵੱਧ ਸਾਲਾਂ ਤੋਂ ਮਨਾਇਆ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਕਲੈਰਾ ਜ਼ੈਟਕਿਨ founded International Women's Day in 1910, 1910 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਪਿਛਲੇ 100 110 112 ਈਅਰਸ ਦੇ ਵਿੱਚ ਕੀ ਕੁਝ ਪ੍ਰੋਗਰੈਸ ਹੋਇਆ ਹੈ। ਪ੍ਰੋਗਰੈਸ ਇੱਕ ਬੜਾ ਇੱਥੇ ਇੰਟਰਸਟਿੰਗ ਲਫ਼ਜ਼ ਆ ਜਾਂਦਾ ਹੈ, ਰਾਈਟ? ਬਿਕਾਜ਼ ਪ੍ਰੋਗਰੈਸ ਡਿਪੈਂਡ ਕਰੇ ਤੁਸੀਂ ਕਿਹਨੂੰ ਪੁੱਛਦੇ ਹੋ। ਅਗਰ ਤੁਸੀਂ ਕਿਸੇ ਔਰਤ ਨੂੰ ਪੁੱਛੋਗੇ, ਡਿਪੈਂਡਸ ਕਿ ਉਹ ਕਿੰਨੇ ਕੁ ਹੱਦ ਤੱਕ ਫਰੀ ਫੀਲ ਕਰਦੀ ਹੈ, ਕਿੰਨੇ ਹੱਦ ਤੱਕ ਇਹ ਫੀਲ ਕਰਦੀ ਹੈ ਕਿ ਜੋ ਸਾਰੀ ਓਪਰਚੁਨਿਟੀਜ਼ ਮਰਦਾਂ ਕੋਲ ਹੈਗੀਆਂ ਉਹੀ ਓਪਰਚੁਨਿਟੀਜ਼ ਉਸ ਔਰਤ ਕੋਲ ਹੈਗੀ ਹੈ। ਕਿੰਨੇ ਕੁ ਹੱਦ ਤੱਕ ਉਹ ਔਰਤ ਇਹ ਫੀਲ ਕਰਦੀ ਹੈ ਕਿ ਉਹਨੂੰ ਸਿਰਫ ਇੱਕ ਹੋਮ ਮੇਕਰ, ਸਿਰਫ ਇੱਕ ਮਾਂ, ਬੇਟੀ, ਬੀਵੀ ਦੀ ਤਰ੍ਹਾਂ ਨਹੀਂ ਵੇਖਿਆ ਜਾਂਦਾ, ਬਟ ਇੱਕ ਇਕੁਅਲ ਪਾਰਟਨਰ, ਇੱਕ ਇਕੁਅਲ ਮੈਂਬਰ ਇਸ ਸੁਸਾਇਟੀ ਦਾ ਵੇਖਿਆ ਜਾਂਦਾ। ਸੋ ਇਨ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ। ਬਟ ਪ੍ਰੋਟੈਸਟ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਅੱਜ ਇੰਟਰਨੈਸ਼ਨਲ ਵੂਮੈਨਸ ਡੇ ਉੱਤੇ ਔਰਤਾਂ ਇੰਟਰਨੈਸ਼ਨਲੀ ਪ੍ਰੋਟੈਸਟ ਕਰ ਰਹੀਆਂ ਹਨ, ਨਾ ਕਿ ਸਿਰਫ ਵੱਡੇ ਮੁਲਕਾਂ ਦੇ ਵਿੱਚ, ਬਟ ਛੋਟੇ ਮੁਲਕਾਂ ਦੇ ਵਿੱਚ ਵੀ। ਐਂਡ ਕਿਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ, ਜੋ ਪੈਟਰੀਆਰਕੀ ਟਰੈਪ ਹੈਗਾ, ਇਹਨੂੰ ਕਿਸ ਤਰ੍ਹਾਂ ਅਵੋਇਡ ਕੀਤਾ ਜਾ ਸਕਦਾ, ਉਹਦੀ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ। ਬਿਕੋਜ਼ ਸੋਸ਼ਲ ਮੀਡੀਆ 'ਤੇ ਕਾਫੀ ਇਹ ਚਰਚਾ ਹੋ ਰਹੀ ਹੈ ਕਿ ਇੱਕ ਕਾਰਪੋਰੇਟਾਈਜੇਸ਼ਨ ਹੋ ਗਈ ਹੈ ਇਸ ਤਿਉਹਾਰ ਦੀ, ਕਿ ਵੱਡੀ ਵੱਡੀ ਕਾਰਪੋਰੇਸ਼ਨਸ ਸਿਰਫ ਤਾਂ ਸਿਰਫ ਇੰਟਰਨੈਸ਼ਨਲ ਵੂਮੈਨਸ ਡੇ ਦੇ ਆਪ ਦੇ ਸਲੋਗਨਸ, ਆਪ ਦੇ ਵਧੀਆ ਸੋਸ਼ਲ ਮੀਡੀਆ ਗ੍ਰਾਫਿਕਸ ਪੋਸਟ ਕਰਕੇ ਕਹਿੰਦੇ ਜ਼ਰੂਰ ਹੈ ਕਿ ਅਸੀਂ ਔਰਤਾਂ ਨੂੰ ਸਪੋਰਟ ਕਰਦੇ ਹਾਂ, ਇਕੁਆਲਿਟੀ ਨੂੰ ਸਪੋਰਟ ਕਰਦੇ ਹਾਂ, ਬਟ ਉਹਨਾਂ ਦੇ ਐਕਸ਼ਨਸ ਨਹੀਂ ਬੋਲਦੇ। ਬਿਕੋਜ਼ ਐਕਸ਼ਨ ਜਦੋਂ ਵੇਖੋ, ਉਹੀ ਵੱਡੀ ਵੱਡੀ ਕਾਰਪੋਰੇਸ਼ਨਸ ਬੰਦਿਆਂ ਨੂੰ ਜ਼ਿਆਦਾ ਪ੍ਰਮੋਸ਼ਨਸ ਦਿੰਦੇ ਆ, ਜ਼ਿਆਦਾ ਵੱਡੀ ਸੈਲਰੀਆਂ ਦਿੰਦੇ ਆ, ਔਰਤਾਂ ਨੂੰ ਇੱਕ ਲੈਵਲ ਤੋਂ ਅੱਗੇ ਨਹੀਂ ਵਧਣ ਦਿੰਦੇ, ਉਹਨਾਂ ਨੂੰ ਐਗਜ਼ੈਕਟਿਵ ਲੈਵਲ 'ਤੇ ਨਹੀਂ ਲੈ ਕੇ ਆਉਂਦੇ। ਸੋ ਇਹ ਹਿਪੋਕ੍ਰੇਸੀ ਦੀ ਵੀ ਗੱਲ ਕਰਾਂਗੇ। ਬਟ ਵੰਸ ਅਗੈਨ ਅੱਜ ਦਾ ਦਿਨ ਇੱਕ ਪ੍ਰੋਟੈਸਟ ਦਾ ਦਿਨ ਮਨਾਇਆ ਜਾ ਰਿਹਾ ਹੈ। ਸ਼ੁਰੂਆਤ ਕਰਦੇ ਹਾਂ ਅਫਗਾਨਿਸਤਾਨ ਦੇ ਵਿੱਚ। ਅਫਗਾਨਿਸਤਾਨ ਦੀ ਔਰਤਾਂ ਅੱਜ ਇਹ ਕਹਿ ਰਹੀਆਂ that the world has neglected us completely. ਸਾਨੂੰ ਤਾਲਿਬਾਨ ਦੇ ਹੱਥ ਛੱਡ ਗਈ ਦੁਨੀਆ, ਸਾਡੇ ਬਾਰੇ ਇੱਕ ਨਹੀਂ ਸੋਚਿਆ। ਜੋ 20 ਸਾਲਾਂ ਦਾ ਤੁਸੀਂ ਪ੍ਰੋਗਰੈਸ ਇੱਕ ਵਾਰੀ ਫਿਰ ਕਹਿ ਤਾਂ ਜ਼ਰੂਰ ਸਕਦੇ ਹੋ ਅਫਗਾਨਿਸਤਾਨ ਦੇ ਵਿੱਚ ਹੋਇਆ ਸੀ during the US time in the country, ਉਹ ਲੱਗਦਾ ਸਾਰਾ ਪ੍ਰੋਗਰੈਸ ਹੁਣ ਰਿਵਰਸ ਹੋ ਗਿਆ। ਇਨਫੈਕਟ ਇੱਕ ਰਿਪੋਰਟ ਯੂਨਾਈਟਿਡ ਨੇਸ਼ਨਸ ਦੀ ਸਾਨੂੰ ਦੱਸਦੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਦੀ ਔਰਤਾਂ ਦੁਨੀਆ ਦੀ ਸਭ ਤੋਂ ਰਿਪਰੈਸਡ ਹਨ।
ਅਫਗਾਨਿਸਤਾਨ ਦੇ ਨੇਬਰਿੰਗ ਪਾਕਿਸਤਾਨ ਦੇ ਵਿੱਚ ਵੀ ਵੱਡੇ ਲੈਵਲ ਦੀ ਪ੍ਰੋਟੈਸਟ ਅੱਜ ਵੇਖੀਆਂ ਗਈਆਂ। ਔਰਤ ਡੇ ਪ੍ਰੋਟੈਸਟ ਮਨਾਈਆਂ ਗਈਆਂ ਪਾਕਿਸਤਾਨ ਦੇ ਵਿੱਚ, ਐਂਡ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਨ ਫੈਕਟ ਕਾਫੀ ਫੋਰਸਿਸ ਨੇ, ਕੰਸਰਵੇਟਿਵ ਗਰੁੱਪਸ ਨੇ ਇਸ ਪ੍ਰੋਟੈਸਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਲਾਹੌਰ ਦੇ ਵਿੱਚ ਹੋਈ ਔਰਤਾਂ ਨੂੰ ਲੈ ਕੇ, ਬਟ ਉਹ ਕਾਮਯਾਬ ਨਹੀਂ ਹੋਏ। ਇਨ ਔਰਤਾਂ ਨੇ ਫਿਰ ਵੀ ਆਪ ਦੀ ਪ੍ਰੋਟੈਸਟ ਕਾਇਮ ਰੱਖੀ। ਵਾਇਲੈਂਸ ਵੀ ਹੋਇਆ, ਕੁੱਟਿਆ ਮਾਰਿਆ ਗਿਆ ਕਈਆਂ ਨੂੰ, ਉਸ ਤੋਂ ਬਾਵਜੂਦ ਇਹ ਪ੍ਰੋਟੈਸਟ ਜਾਰੀ ਰਹੀ। ਇਨ ਫੈਕਟ ਹੋਰ ਮੁਲਕਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਜ ਔਰਤ ਜਾਤ ਪ੍ਰੋਟੈਸਟ ਕਰ ਰਹੀ ਹੈ, ਭਾਵੇਂ ਉਹ ਫਿਲੀਪੀਨਸ ਹੋਏ, ਪਾਕਿਸਤਾਨ, ਅਫਗਾਨਿਸਤਾਨ, ਲਾਤਵੀਆ, ਟਰਕੀ, ਈਰਾਨ, ਸਪੇਨ, ਯੂਨਾਈਟਿਡ ਸਟੇਟਸ, ਇਨ ਸਾਰੀ ਕੰਟਰੀਜ਼ ਦੇ ਵਿੱਚ ਪ੍ਰੋਟੈਸਟਸ ਹੋ ਰਹੀਆਂ। ਬਿਕਾਜ਼ ਇਨ ਸਾਰੀ ਕੰਟਰੀਜ਼ ਦੇ ਵਿੱਚ ਔਰਤਾਂ ਇਹ ਕਹਿ ਰਹੀਆਂ ਕਿ ਯੈਸ ਪ੍ਰੋਗਰੈਸ ਹੋ ਰਿਹਾ, ਪਰ ਇਟਸ ਨਾਟ ਇਨਫ। ਇਨਫੈਕਟ ਸਪੇਨ ਦੀ ਅਸੀਂ ਗੱਲ ਕਰ ਰਹੇ ਹਾਂ, ਸਪੇਨ ਦੇ ਵਿੱਚ ਇੱਕ ਬਹੁਤ ਹੀ ਪ੍ਰੋਗਰੈਸਿਵ ਲਾਅ ਅੱਜ ਪਾਸ ਹੋਇਆ, ਅਫੀਸ਼ੀਅਲੀ ਇੱਕ ਇਕੁਆਲਿਟੀ ਲਾਅ ਪਾਸ ਕੀਤਾ ਗਿਆ ਇੱਕ ਰੈਲੀ ਦੇ ਵਿੱਚ, ਜਿਹਦੇ ਵਿੱਚ ਸਪੇਨ ਦੇ ਪ੍ਰਾਈਮ ਮਿਨਿਸਟਰ ਪੇਦਰੋ ਸੈਂਚੇਜ਼ ਨੇ ਅਨਾਉਂਸ ਕੀਤਾ ਕਿ ਇੱਕ ਨਵਾਂ ਜੈਂਡਰ ਇਕੁਆਲਿਟੀ ਲਾਅ ਜੋ ਕਿ ਉਸ ਗੈਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗਾ ਜੋ ਔਰਤਾਂ ਅਤੇ ਮਰਦਾਂ ਦੇ ਵਿੱਚ ਸਭ ਤੋਂ ਹਾਈ ਲੈਵਲਸ ਦੇ ਵਿੱਚ ਐਗਜ਼ਿਸਟ ਕਰਦੀਆਂ, ਭਾਵੇਂ ਉਹ ਬਿਜ਼ਨਸ ਹੋਏ, ਪੋਲੀਟਿਕਸ ਜਾਂ ਹੋਰ ਪ੍ਰਾਈਵੇਟ ਸੈਕਟਰ ਏਰੀਆ ਦੇ ਵਿੱਚ। ਇਹ ਲਾਅ ਇੱਕ ਫਰਸਟ ਆਫ ਇਟਸ ਕਾਈਂਡ ਹੈਗਾ, ਖਾਸ ਕਰਕੇ ਕਿਹੋ ਜਿਹੇ ਮੁਲਕ ਦੇ ਵਿੱਚ ਜਿਹਦੇ ਵਿੱਚ ਪੈਟਰੀਆਰਕੀ ਜਾਂ ਮਰਦ ਜਾਤ ਦਾ ਹੱਕ ਬਹੁਤ ਵੱਡੇ ਲੈਵਲ 'ਤੇ ਪੁਰਾਣੇ ਸਮੇਂ ਤੋਂ ਵੇਖਿਆ ਜਾ ਰਿਹਾ ਹੈ। ਸੋ ਵੰਸ ਅਗੈਨ ਇਹ ਜੋ ਪ੍ਰੋਟੈਸਟ ਹਨ, ਇਹਨਾਂ ਦੀ ਕੁਝ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਸੀਂ ਤਾਂ ਭਾਵੇਂ ਕਹਿ ਦਿੰਦੇ ਹਾਂ ਕਿ ਸੈਲੀਬ੍ਰੇਟ ਇੰਟਰਨੈਸ਼ਨਲ ਵੂਮਨਸ ਡੇ, ਬਟ ਇਨ ਔਰਤਾਂ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਅੱਜ ਇੰਨਾ ਕੁਝ ਸੈਲੀਬ੍ਰੇਟ ਕਰਨ ਜੋਗੇ ਅਸੀਂ ਹੈਗੇ ਨਹੀਂ। ਅਸੀਂ ਕੁਝ ਇਨ ਅਪਡੇਟਸ ਐਂਡ ਕੀ ਚੀਜ਼ਾਂ ਨੂੰ ਅਸੀਂ ਸੈਲੀਬ੍ਰੇਟ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ, ਇਸ ਦਿਹਾੜੇ ਦੀ ਹਿਸਟਰੀ ਬਾਰੇ ਗੱਲ ਕਰਾਂਗੇ, ਐਂਡ ਮੋਸਟ ਇੰਪੋਰਟੈਂਟਲੀ ਕੀ ਤੁਸੀਂ ਮਹਿਸੂਸ ਕਰਦੇ ਹੋ ਸਕਦਾ ਹੈ ਸਾਡੀ ਸੁਸਾਇਟੀ ਦੇ ਵਿੱਚ, ਸਾਡੀ ਕਮਿਊਨਿਟੀ ਦੇ ਵਿੱਚ, ਜਦੋਂ ਅਸੀਂ ਆਪਣੇ ਆਪ ਨੂੰ ਸਿੱਖ ਕਹਿਲਵਾਉਂਦੇ ਹਾਂ, ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਕਿਹਾ ਕਿ ਬਰਾਬਰੀ ਹੋਣੀ ਚਾਹੀਦੀ ਹੈ ਔਰਤ ਅਤੇ ਮਰਦ ਦੇ ਵਿੱਚ, ਕੀ ਅਸੀਂ ਉਨ ਚੀਜ਼ਾਂ ਨੂੰ ਪ੍ਰੈਕਟਿਸ ਕਰ ਰਹੇ ਹਾਂ? ਕੀ ਸਾਡੇ ਐਕਸ਼ਨਸ ਉਨ ਫਿਲਾਸਫੀਜ਼ ਨੂੰ, ਉਨ ਬਿਲੀਫਸ ਨੂੰ ਸਪੋਰਟ ਕਰਦੇ ਆ? ਇਨ ਚੀਜ਼ਾਂ ਬਾਰੇ ਗੱਲ ਕਰਾਂਗੇ। ਲਾਈਵ ਤੁਹਾਡੇ ਨਾਲ ਅੱਜ ਜੁੜੇ ਹਾਂ, ਤੁਸੀਂ ਵੀ ਸਾਡੇ ਨਾਲ ਕਾਲ ਕਰਕੇ ਜ਼ਰੂਰ ਜੁੜੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਇੱਕ ਵਾਰੀ ਫਿਰ। ਸਾਰਿਆਂ ਨੂੰ ਇਸ ਇੰਟਰਨੈਸ਼ਨਲ ਵੂਮਨਸ ਡੇ ਦੀ ਲੱਖ ਲੱਖ ਵਧਾਈਆਂ। ਜਦੋਂ ਅਸੀਂ ਇਸ ਦਿਨ ਬਾਰੇ ਸੋਚਦੇ ਹਾਂ, ਇੰਟਰਨੈਸ਼ਨਲ ਵੂਮਨਸ ਡੇ, what does it mean for you personally? ਤੁਹਾਡੇ ਲਈ ਇੱਕ ਇੰਡੀਵਿਜੂਅਲ, ਇੱਕ ਪਰਸਨਲ ਤੌਰ 'ਤੇ ਇਸ ਦਿਨ ਦੀ ਕੀ ਅਹਿਮੀਅਤ ਹੈ? ਕਹਿਣ ਨੂੰ ਤਾਂ ਅਸੀਂ ਸਾਰੇ ਹੀ ਕਹਿੰਦੇ ਹਾਂ ਕਿ ਯੈਸ ਅਸੀਂ ਆਪਣੀ ਜਨਾਨੀਆਂ ਨੂੰ ਸਪੋਰਟ ਕਰਦੇ ਹਾਂ, ਅਸੀਂ ਆਪਣੀ ਬੇਟੀਆਂ ਨੂੰ ਚਾਹੁੰਦੇ ਹਾਂ ਕਿ ਉਹ ਪੜ੍ਹਾਈ ਲਿਖਾਈ ਚੰਗੀ ਤਰ੍ਹਾਂ ਕਰਨ ਅਤੇ ਵੱਡੇ ਕਿਸੇ ਲੈਵਲ 'ਤੇ ਵੱਡੀ ਪੋਜੀਸ਼ਨ 'ਤੇ ਜਾ ਕੇ ਬੈਠਣ, ਬਟ ਕੀ ਸਾਡੇ ਐਕਸ਼ਨਸ ਉਸ ਰਿਐਲਿਟੀ ਨੂੰ ਸਪੋਰਟ ਕਰਦੇ ਹੈ? ਬਿਕਾਜ਼ ਇਟਸ ਨਾਟ ਇਨਫ ਕਿ ਕਿਸੇ ਇੱਕ ਇੰਡੀਵਿਜੂਅਲ ਤੌਰ 'ਤੇ ਕਿਹਾ ਜਾਏ ਕਿ ਮੈਂ ਆਪਣੀ ਬੇਟੀ ਨੂੰ ਸਪੋਰਟ ਕਰ ਰਿਹਾ, ਮੈਂ ਚਾਹੁੰਦਾ ਮੇਰੀ ਬੇਟੀ ਕਿਸੇ ਵੱਡੀ ਕੰਪਨੀ ਦੀ ਐਗਜ਼ੈਕਟਿਵ ਬਣੇ ਜਾਂ ਪ੍ਰੈਜ਼ੀਡੈਂਟ ਬਣੇ ਯੂਨਾਈਟਿਡ ਸਟੇਟਸ ਦੀ। ਹਰ ਇੱਕ ਜਨਾਨੀ ਦੇ ਨਾਲ ਜਿਸ ਤਰ੍ਹਾਂ ਦਾ ਟਰੀਟਮੈਂਟ ਹੁੰਦਾ ਹੈ ਉਹ ਸਾਰਿਆਂ ਨੂੰ ਅਫੈਕਟ ਕਰਦਾ ਹੈ। ਤੁਹਾਡੀ ਬੇਟੀ, ਤੁਹਾਡੀ ਬੀਵੀ, ਤੁਹਾਡੀ ਭੈਣ, ਤੁਹਾਡੀ ਕੋਈ ਵੀ ਤੁਸੀਂ ਲਗਾ ਲਓ ਜਨਾਨੀ ਤੁਹਾਡੀ ਜ਼ਿੰਦਗੀ ਦੇ ਵਿੱਚ, ਜੋ ਤੁਸੀਂ ਉਹਨਾਂ ਲਈ ਟਰੀਟਮੈਂਟ ਚਾਹੁੰਦੇ ਹੋ, ਕੀ ਉਹ ਟਰੀਟਮੈਂਟ ਤੁਸੀਂ ਬਾਕੀ ਜਨਾਨੀਆਂ ਨਾਲ ਉਹੋ ਜਿਹਾ ਟਰੀਟਮੈਂਟ ਕਰਦੇ ਹੋ? ਚਾਂਸਿਸ ਆਰ ਨੋ। ਐਂਡ ਚਾਂਸਿਸ ਆਰ ਕਿ ਜਿੱਥੇ ਤੱਕ ਇਸ ਦਿਨ ਦੀ ਗੱਲ ਆਉਂਦੀ ਹੈ, ਇੱਕ ਦਿਨ ਸਾਰੀ ਕੰਪਨੀਜ਼, ਸੋਸ਼ਲ ਮੀਡੀਆ 'ਤੇ ਸਾਰੇ ਲੋਕੀ ਇਹਦੀ ਗੱਲ ਕਰਕੇ ਇੱਕ ਦਿਨ ਬਾਅਦ ਚਲੋ ਜੀ ਮੂਵ ਆਨ ਟੂ ਦ ਨੈਕਸਟ ਵਨ। ਬਟ ਇਸ ਦਿਨ ਦੀ ਅਹਿਮੀਅਤ ਬਹੁਤ ਡੂੰਘੀ ਹੈ। ਇਹਦੀ ਜੋ ਹਿਸਟਰੀ ਹੈਗੀ ਉਹ ਨਾ ਕਿ ਸਿਰਫ ਜੈਂਡਰ ਇਕੁਆਲਿਟੀ ਦੇ ਵਿੱਚ ਬੇਸਡ ਹੈਗੀ, ਬਟ ਇੱਕ ਸੋਸ਼ਲਿਸਟ ਮੂਵਮੈਂਟ, ਇੱਕ ਲੇਬਰ ਮੂਵਮੈਂਟ ਦੇ ਨਾਲ ਜੁੜੀ ਹੋਈ ਹੈ। ਇਨ ਫੈਕਟ ਅਗਰ ਅਸੀਂ 100 ਤੋਂ ਵੱਧ ਸਾਲ ਪਹਿਲੇ ਵੇਖੀਏ ਜਿਸ ਹਾਲਾਤਾਂ ਦੇ ਵਿੱਚ ਇਹ ਦਿਨ ਸ਼ੁਰੂ ਹੋਇਆ, ਮੈਂ ਇੱਕ ਵਾਰੀ ਫਿਰ ਤੁਹਾਨੂੰ ਸਕਰੀਨ 'ਤੇ ਉਸ ਔਰਤ ਦੀ ਪਿਕਚਰ ਦਿਖਾਉਣਾ ਚਾਹੁੰਦੀ ਹਾਂ, ਕਲੈਰਾ ਜ਼ੈਟਕਿਨ।
ਜਿਹਦੇ ਕਰਕੇ ਇਹ ਦਿਨ ਇੱਕ ਅਫੀਸ਼ੀਅਲ ਹੌਲੀਡੇ ਬਣੀ। 1909 ਦੇ ਵਿੱਚ ਪਹਿਲੀ ਵਾਰੀ ਨੈਸ਼ਨਲ ਵੂਮਨਸ ਡੇ ਯੂਨਾਈਟਿਡ ਸਟੇਟਸ ਦੇ ਵਿੱਚ ਨਿਊਯਾਰਕ ਦੇ ਵਿੱਚ ਮਨਾਇਆ ਗਿਆ ਸੀ ਬਾਈ ਦੀ ਉਸ ਟਾਈਮ ਦੀ ਜੋ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਸੀਗੀ। ਨਿਊਯਾਰਕ ਦੇ ਵਿੱਚ 1909 ਦੇ ਵਿੱਚ ਲਗਭਗ 15,000 ਔਰਤਾਂ ਇਕੱਠੀਆਂ ਹੋਈਆਂ। ਉਹਨਾਂ ਨੇ ਮਾਰਚ ਕੀਤੀ, ਮੋਰਚਾ ਰੱਖਿਆ ਟੂ ਪ੍ਰੋਟੈਸਟ ਲੇਬਰ ਕੰਡੀਸ਼ਨਸ। ਮਿਨੀਮਮ ਜੋ ਉਹਨਾਂ ਨੂੰ ਮਾੜੀ ਮੋਟੀ ਤਨਖਾਹ ਦਿਹਾੜੀ ਮਿਲਦੀ ਸੀ ਉਹਦੇ ਖਿਲਾਫ ਔਰਤਾਂ ਨੇ ਪ੍ਰੋਟੈਸਟ ਕੀਤੀ। ਸਿਰਫ ਤਾਂ ਸਿਰਫ ਔਰਤਾਂ ਨੇ 1909 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਉਹ ਨੈਸ਼ਨਲ ਵੂਮਨਸ ਡੇ ਬਣਿਆ। ਉਸ ਤੋਂ ਬਾਅਦ ਅਗਲੇ ਸਾਲ ਕਲੈਰਾ ਜ਼ੈਟਕਿਨ, ਜਿਹਦਾ ਚਿਹਰਾ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ, ਇਸ ਔਰਤ ਨੇ 1910 ਦੇ ਵਿੱਚ ਐਂਡ ਸ਼ੀ ਵਾਜ਼ ਅ ਵੂਮਨਸ ਰਾਈਟਸ ਐਡਵੋਕੇਟ। ਇਹ ਔਰਤ ਇੱਕ ਵੂਮਨਸ ਔਰਤਾਂ ਦੇ ਹੱਕਾਂ ਦੀ ਐਡਵੋਕੇਟ ਸੀਗੀ ਐਂਡ ਜਰਮਨੀ ਦੀ ਵੂਮਨਸ ਆਫਿਸ ਫॉर द ਸੋਸ਼ਲਿਸਟ ਡੈਮੋਕ੍ਰੈਟਿਕ ਪਾਰਟੀ ਉਹਦੀ ਲੀਡਰ ਸੀਗੀ। ਇਸ ਔਰਤ ਨੇ ਉਸ ਟਾਈਮ 1910 ਦੇ ਵਿੱਚ ਇਹ ਕਿਹਾ ਕਿ ਇੰਟਰਨੈਸ਼ਨਲ ਵੂਮਨਸ ਡੇ ਇੱਕ ਦਿਨ ਹੋਣਾ ਚਾਹੀਦਾ, ਇੱਕ ਰੈਕਗਨਾਈਜ਼ਡ ਤਿਉਹਾਰ ਹੋਣਾ ਚਾਹੀਦਾ, ਦਿਹਾੜਾ ਹੋਣਾ ਚਾਹੀਦਾ। ਉਸ ਇਨੀਸ਼ੀਅਲ ਥਾਟ ਤੋਂ ਬਾਅਦ ਕਿ ਗਲੋਬਲ ਇੰਟਰਨੈਸ਼ਨਲ ਵੂਮਨਸ ਡੇ ਹੋਏ, ਉਹ ਤੋਂ ਅਗਲੇ ਸਾਲ 1911 ਦੇ ਵਿੱਚ ਮਾਰਚ 19 ਨੂੰ ਪਹਿਲਾ ਇੰਟਰਨੈਸ਼ਨਲ ਵੂਮਨਸ ਡੇ ਮਨਾਇਆ ਗਿਆ, ਜਿਹਦੇ ਵਿੱਚ ਆਸਟਰੀਆ, ਡੈਨਮਾਰਕ, ਜਰਮਨੀ, ਸਵਿਟਜ਼ਰਲੈਂਡ ਤੋਂ ਲਗਭਗ 1 ਮਿਲੀਅਨ ਔਰਤਾਂ ਇਕੱਠੀਆਂ ਹੋ ਕੇ ਹਿੱਸਾ ਲਿਆ ਜਿਨ੍ਹਾਂ ਨੇ ਇਸ ਮਾਰਚ ਦੇ ਵਿੱਚ। ਸੋ 1911 ਦੇ ਵਿੱਚ ਅਗਰ ਮਿਲੀਅਨ ਔਰਤਾਂ ਇਕੱਠੀਆਂ ਹੋ ਸਕਦੀਆਂ ਆਪਣੇ ਹੱਕਾਂ ਲਈ ਲੜਨ ਲਈ, ਅਗਰ 1909 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ 15,000 ਵਰਕਿੰਗ ਵੂਮਨ ਇਕੱਠੀਆਂ ਹੋ ਸਕਦੀਆਂ, ਤੁਸੀਂ ਸੋਚ ਸਕਦੇ ਹੋ ਕਿ ਇਹ ਕਿੰਨਾ ਪੁਰਾਣਾ ਮੁੱਦਾ ਹੈਗਾ। ਬਟ ਇਟਸ ਸੈਡ ਟੂ ਸੀ ਕਿ ਉਸ ਟਾਈਮ ਤੋਂ ਲੈ ਕੇ ਹਜੇ ਤੱਕ ਜਿੰਨਾ ਕੁ ਪ੍ਰੋਗਰੈਸ ਅਸੀਂ ਸੋਚਦੇ ਹਾਂ ਉਨਾ ਕੁ ਸ਼ਾਇਦ ਨਹੀਂ ਹੋਇਆ। ਕੁਝ ਹੋਰ ਮੈਂ ਤੁਹਾਨੂੰ ਅੱਜ ਦੇ ਇਸ ਦਿਹਾੜੇ ਤੋਂ ਤਸਵੀਰਾਂ ਦਿਖਾਉਣਾ ਚਾਹੁੰਦੀ ਹਾਂ, ਸੀਨਸ ਫਰਮ ਅਰਾਊਂਡ ਦ ਗਲੋਬ, ਕਿ ਕਿਸ ਤਰ੍ਹਾਂ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਸੈਲੀਬ੍ਰੇਸ਼ਨ ਦਾ ਵੀ ਕੁਝ ਕਾਜ਼ ਹੈਗਾ, ਜਿਸ ਤਰ੍ਹਾਂ ਸਪੇਨ ਬਾਰੇ ਤੁਹਾਨੂੰ ਦੱਸ ਰਹੀ ਸੀ, ਬਟ ਲਾਰਜਲੀ ਇਟਸ ਅ ਡੇ ਮਾਰਕਡ ਵਿਦ ਪ੍ਰੋਟੈਸਟ। ਐਂਡ ਇਸ ਪ੍ਰੋਟੈਸਟ ਦੇ ਵਿੱਚ ਇੱਕ ਡਿਸਟਰਬਿੰਗ ਪੈਟਰਨ ਅੱਗੇ ਆ ਰਿਹਾ ਹੈ ਕਿ ਹਜੇ ਵੀ ਕੁਝ ਮੁਲਕਾਂ ਦੇ ਵਿੱਚ, ਕੰਜ਼ਰਵੇਟਿਵ ਮੁਲਕਾਂ ਦੇ ਵਿੱਚ, ਔਰਤਾਂ ਨੂੰ ਨਾ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ, ਨਾ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਇੱਕ ਵਰਕਿੰਗ ਪ੍ਰੋਫੈਸ਼ਨਲ ਦੇ ਤੌਰ 'ਤੇ ਜਗ੍ਹਾ ਮਿਲਦੀ ਹੈ। ਯੈਸ, ਸਾਨੂੰ ਪਤਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਬਟ ਸਿਰਫ ਇਹ ਅਫਗਾਨਿਸਤਾਨ ਦੀ ਗੱਲ ਨਹੀਂ ਹੈਗੀ। ਅਫਗਾਨਿਸਤਾਨ ਦਾ ਤਾਂ ਸਭ ਤੋਂ ਅਸੀਂ ਕਹਿ ਸਕਦੇ ਹਾਂ ਮਾੜਾ ਐਗਜ਼ਾਮਪਲ ਸਾਡੇ ਅੱਗੇ ਬੈਠਿਆ ਹੋਇਆ ਹੈ, ਬਟ ਦੈਟਸ ਨਾਟ ਦ ਓਨਲੀ ਕੰਟਰੀ। ਇਨ ਫੈਕਟ ਜਦੋਂ ਅਸੀਂ ਇੱਕ ਵਰਕਿੰਗ ਵੂਮਨ ਦੀ ਗੱਲ ਕਰਦੇ ਹਾਂ ਕਿ ਇੱਕ ਔਰਤ ਇਕੁਅਲ ਕੰਟਰੀਬਿਊਟਰ ਬਣ ਸਕਦੀ ਹੈ ਇੱਕ ਹਾਊਸ ਹੋਲਡ ਦੇ ਵਿੱਚ, ਉਹਦੇ ਉੱਤੇ ਕਾਫੀ ਸਵਾਲ, ਕਾਫੀ ਤੁਸੀਂ ਕਹਿ ਲਓ ਇੱਕ ਨੈਗੇਟਿਵ ਉਹਦੇ ਨਾਲ ਓਪੀਨੀਅਨ ਜੋੜਿਆ ਜਾਂਦਾ ਹੈ ਕਿ ਇੱਕ ਜਨਾਨੀ ਕੰਮ ਕਰ ਸਕਦੀ ਹੈ, ਦੈਟਸ ਫਾਈਨ, ਵੈਲ ਐਂਡ ਗੁੱਡ, ਬਟ ਉਹ ਇੱਕ ਮਾਂ ਔਰ ਬੀਵੀ ਦਾ ਰੋਲ ਨਾ ਛੱਡੇ। ਐਂਡ ਕੋਈ ਨਹੀਂ ਕਹਿ ਰਿਹਾ ਕਿ ਦੋ ਚੀਜ਼ਾਂ ਕੱਲੀਆਂ ਹੀ ਕਰਨੀਆਂ ਪੈਂਦੀਆਂ, ਯੂ ਕੈਨ ਡੂ ਬੋਥ, ਬਟ ਉਹਦੇ ਲਈ ਤੁਹਾਨੂੰ ਸਪੋਰਟ ਦੀ ਲੋੜ ਹੁੰਦੀ ਹੈ। ਐਂਡ ਅਗਰ ਹਜੇ ਵੀ ਅਸੀਂ ਇੱਕ ਇਹੋ ਜਿਹੀ ਸੁਸਾਇਟੀ ਵਿੱਚ ਰਹਿੰਦੇ ਜਿੱਥੇ ਪੂਰੇ ਮੁਲਕ ਨਹੀਂ ਚਾਹੁੰਦੇ ਉਹਨਾਂ ਦੀ ਜਨਾਨੀਆਂ ਕੰਮ ਤਾਂ ਤੁਸੀਂ ਛੱਡ ਹੀ ਦੇਵੋ ਕਿ ਉਹ ਬਾਹਰ ਜਾ ਕੇ ਸਕੂਲ ਵੀ ਜਾਣ, ਪੜ੍ਹਾਈ ਲਿਖਾਈ ਵੀ ਲੈਣ, ਤੇ ਅਸੀਂ ਕਿਸ ਤਰ੍ਹਾਂ ਉਸ ਹੱਦ ਤੱਕ ਪਹੁੰਚ ਸਕਦੇ ਹਾਂ? ਕਿਸ ਕਿਸਮ ਦਾ ਇੰਟਰਨੈਸ਼ਨਲ ਵੂਮਨਸ ਡੇ ਅਸੀਂ ਮਨਾ ਰਹੇ ਹਾਂ? ਕਲੈਰਾ ਜ਼ੈਟਕਿਨ 1909 ਦੇ ਵਿੱਚ ਸ਼ਾਇਦ she was closer to progress than we are today. ਇਸ ਮੁੱਦੇ ਉੱਤੇ once again ਮੈਂ ਤੁਹਾਡੇ ਵੀ ਵਿਚਾਰ ਸੁਣਨਾ ਚਾਹੁੰਦੀ ਹਾਂ। ਲਾਈਵ ਅਸੀਂ ਤੁਹਾਡੇ ਨਾਲ ਅੱਜ ਜੁੜੇ ਹਾਂ, ਤੁਸੀਂ ਵੀ ਕਾਲ ਕਰਕੇ ਸਾਡੇ ਨਾਲ ਜ਼ਰੂਰ ਆਪਣੇ ਓਪੀਨੀਅਨਸ, ਆਪਣੀ ਸਟੋਰੀਜ਼ ਇਸ ਇੰਟਰਨੈਸ਼ਨਲ ਵੂਮਨਸ ਡੇ 'ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਿਕੋਜ਼ ਐਟ ਦੀ ਐਂਡ ਆਫ ਦ ਡੇ ਜੋ ਆਪਣੀ ਸੁਸਾਇਟੀ ਦੇ ਵਿੱਚ ਔਰਤਾਂ ਦਾ ਟਰੀਟਮੈਂਟ ਹੁੰਦਾ ਹੈ,
ਉਹ ਇੱਕ ਡੇ ਟੂ ਡੇ ਚੀਜ਼ ਹੁੰਦੀ ਹੈ। ਕੋਈ ਅਫੀਸ਼ੀਅਲ ਲਾਅ ਜਾਂ ਕਾਨੂੰਨ ਤਾਂ ਹੈਗਾ ਨਹੀਂ ਜੋ ਕਹਿੰਦਾ ਕਿ ਔਰਤਾਂ ਨੂੰ ਦਬਾ ਕੇ ਰੱਖੋ, ਇਹਨਾਂ ਨੂੰ ਕੰਮ ਦੇ ਵਿੱਚ ਤਨਖਾਹ ਨਾ ਵਧਾਓ, ਇਹਨਾਂ ਨੂੰ ਹੈਲਥ ਕੇਅਰ ਦੇ ਵਿੱਚ ਉਹਨੇ ਆਪਸ਼ਨਸ ਨਾ ਦੇਵੋ ਜਿੰਨੇ ਮਰਦਾਂ ਨੂੰ ਮਿਲਦੇ ਹੈ। ਇਹੋ ਜਿਹੇ ਕਾਨੂੰਨ ਤਾਂ ਹੁੰਦੇ ਨਹੀਂ ਹੈ। ਬਟ ਦੂਜੇ ਪਾਸੇ ਵੀ ਕਾਨੂੰਨ ਇੰਨੇ ਜ਼ਿਆਦਾ ਕੋਈ ਚੰਗੇ ਨਹੀਂ ਵੇਖਣ ਨੂੰ ਮਿਲਦੇ ਜੋ ਕਿ ਔਰਤਾਂ ਦੇ ਹੱਕਾਂ ਨੂੰ ਗਾਰੰਟੀ ਕਰਨ, ਪ੍ਰੋਟੈਕਟ ਕਰਨ। I mean, just look at what's happening in the United States right now, right? ਉਹਦੀ ਵੀ ਮੈਂ ਗੱਲ ਤੁਹਾਡੇ ਨਾਲ ਅੱਗੇ ਜਾ ਕੇ ਕਰਾਂਗੀ ਪ੍ਰੋਗਰਾਮ ਦੇ ਵਿੱਚ। ਬਟ ਥੋੜ੍ਹੀ ਜਿਹੀ ਜਦੋਂ ਅਸੀਂ ਹਿਸਟਰੀ ਨੂੰ ਵੇਖਦੇ ਹਾਂ, ਯੂ ਨੋ अर्ਲੀ 1900s ਦੇ ਵਿੱਚ ਜੋ ਲਹਿਰ ਇੱਕ ਸ਼ੁਰੂ ਹੋਈ, ਉਹਦੇ ਕਰਕੇ ਅਸੀਂ ਕਹਿ ਸਕਦੇ ਕਿ ਅੱਜ ਯੂਨਾਈਟਿਡ ਸਟੇਟਸ ਦੇ ਵਿੱਚ ਔਰਤਾਂ ਨੂੰ ਵੋਟ ਕਰਨ ਦਾ ਹੱਕ ਹੈਗਾ। ਦ ਸਫਰੇਜ ਮੂਵਮੈਂਟ, ਉਸ ਮੂਵਮੈਂਟ ਕਰਕੇ ਅੱਜ ਜਦੋਂ ਅਸੀਂ ਇਕੁਅਲ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ ਇਸ ਗਵਰਨਮੈਂਟ ਦੇ ਵਿੱਚ, ਇਹਦੀ ਅਕਸਰ ਗੱਲ ਅਸੀਂ ਆਪਣੀ ਕਮਿਊਨਿਟੀ ਦੇ ਪਰਸਪੈਕਟਿਵ ਤੋਂ ਕਰਦੇ ਹਾਂ ਕਿ ਸਾਡੀ ਕੌਮ ਦੀ ਰਿਪਰੈਜ਼ੈਂਟੇਸ਼ਨ ਇੱਥੇ ਦੇ ਜਾਂ ਬਾਹਰਲੇ ਮੁਲਕਾਂ ਦੇ, ਵੈਸਟਰਨ ਮੁਲਕਾਂ ਦੇ ਗਵਰਨਮੈਂਟ ਹਾਊਸਿਸ ਦੇ ਵਿੱਚ ਹੋਣੀ ਚਾਹੀਦੀ ਹੈ। ਬਟ ਵਾਟ ਅਬਾਊਟ ਦ ਵੂਮਨ? ਵਾਟ ਅਬਾਊਟ ਕਿ ਜੋ ਲਿਟਰਲੀ ਸੁਸਾਇਟੀ ਦਾ ਅੱਧਾ ਹਿੱਸਾ ਹੈਗੀ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਏ। ਯੂਨਾਈਟਿਡ ਸਟੇਟਸ ਦੇ ਵਿੱਚ ਅਗਰ ਅਸੀਂ ਸਿਰਫ ਇਸ ਮੁਲਕ ਦੀ ਗੱਲ ਕਰੀਏ, ਦੇयर ਇਜ਼ ਗੁੱਡ ਮਿਕਸ ਆਫ equal representation ਜਿੱਥੇ ਤੱਕ ਜੈਂਡਰ ਦੀ ਗੱਲ ਆਉਂਦੀ ਹੈ। ਬਟ ਐਵਰੀ ਨਾਓ ਐਂਡ ਦੈਨ ਯੂ ਨੋ ਖਾਸ ਕਰਕੇ ਮੈਨੂੰ ਮੌਕਾ ਮਿਲਦਾ ਹੈ ਇਸ ਫੀਲਡ ਦੇ ਵਿੱਚ, ਕਦੇ ਇੱਕ ਵਾਰ ਮੌਕਾ ਮਿਲਦਾ ਹੈ ਇਹੋ ਜਿਹੇ ਇਲੈਕਟਿਡ ਅਫੀਸ਼ੀਅਲਸ ਦੇ ਨਾਲ ਗੱਲ ਕਰਨ ਦਾ ਜੋ ਹਜੇ ਵੀ ਕਹਿੰਦੇ ਆ ਆਈ ਐਮ ਦ ਫਰਸਟ ਵੂਮਨ elected to this position, ਕਿ ਮੈਂ ਇਸ ਟਾਈਮ ਦੇ ਵਿੱਚ ਵੀ ਮੈਂ ਪਹਿਲੀ ਔਰਤ ਹਾਂ ਜਿਹਨੂੰ ਇਸ ਪੋਜੀਸ਼ਨ ਦੇ ਵਿੱਚ ਕਦੀ ਵੀ ਹਿਸਟਰੀ ਦੇ ਵਿੱਚ ਇਲੈਕਟ ਕੀਤਾ ਗਿਆ। ਇਹੋ ਜਿਹੀ ਇੰਸਟੈਂਸਿਸ ਮੈਨੂੰ ਹਜੇ ਵੀ ਯੂਨਾਈਟਿਡ ਸਟੇਟਸ ਦੇ ਵਿੱਚ ਇੱਥੇ ਦੇ ਇਲੈਕਟਿਡ ਅਫੀਸ਼ੀਅਲਸ ਤੋਂ ਸੁਣਨ ਨੂੰ ਮਿਲਦੇ ਆ। ਸੋ ਆਈ ਫੀਲ ਦੈਟ ਕਿ ਪ੍ਰੋਗਰੈਸ ਦੀ ਜਦੋਂ ਗੱਲ ਆਉਂਦੀ ਹੈ, ਹਜੇ ਕਾਫੀ ਪ੍ਰੋਗਰੈਸ ਬਾਕੀ ਹੈ। ਬਟ ਹਾਊ ਡੂ ਵੀ ਗੈਟ ਦੇयर? ਯੂ ਨੋ ਜੋ ਪੁਰਾਣੇ ਇਹ ਲੀਡਰਸ ਸੀਗੇ, ਐਕਟਿਵਿਸਟ, ਰਾਈਟਸ ਐਕਟਿਵਿਸਟ, ਉਹਨਾਂ ਤੋਂ ਸ਼ਾਇਦ ਅਸੀਂ ਕੁਝ ਸਿੱਖ ਸਕਦੇ ਹਾਂ। ਜੋ ਸਭ ਤੋਂ ਵੱਡਾ ਲੈਸਨ ਆਈ ਥਿੰਕ, ਜਿਸ ਤਰ੍ਹਾਂ ਅਸੀਂ ਅੱਜ ਵੇਖ ਵੀ ਰਹੇ ਹਾਂ, ਜੋ ਹੈਡਲਾਈਨਸ ਸਾਨੂੰ ਦੱਸਦੀਆਂ ਕਿ ਸਭ ਤੋਂ ਵੱਡਾ ਐਕਸ਼ਨ ਜੋ ਲੋਕੀ ਲੈ ਸਕਦੇ ਆ ਉਹ ਇਕੱਠੇ ਹੋ ਕੇ ਮੋਰਚਾ ਕਰਨ, ਡੈਮੋਨਸਟ੍ਰੇਟ ਕਰਨ, ਪ੍ਰੋਟੈਸਟ ਕਰਨ। ਜਿਸ ਤਰ੍ਹਾਂ ਪਾਕਿਸਤਾਨ, ਈਰਾਨ, ਟਰਕੀ, ਲਾਤਵੀਆ, ਫਿਲੀਪੀਨਸ, ਅਫਗਾਨਿਸਤਾਨ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਅੱਜ ਉਨ ਔਰਤਾਂ ਨੇ ਕਿੰਨਾ ਰਿਸਕ ਲੈ ਕੇ ਪ੍ਰੋਟੈਸਟ ਕੀਤਾ। ਇੱਥੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, USA ਦੇ ਵਿੱਚ ਵੀ ਵੂਮਨਸ ਮਾਰਚ ਹੁੰਦੀ ਹੈ, ਇੱਥੇ ਉਨਾ ਕੁ ਰਿਸਕ ਨਹੀਂ ਹੈਗਾ ਜਿੰਨਾ ਕਿ ਉਨ ਕੰਜ਼ਰਵੇਟਿਵ ਮੁਲਕਾਂ ਦੇ ਵਿੱਚ ਹੁੰਦਾ ਹੈ। ਬਟ ਫਿਰ ਵੀ ਕਦੀ ਕਵਾਰ ਲੋਕੀ ਲੇਜ਼ੀ ਹੋ ਜਾਂਦੇ, ਕਹਿੰਦੇ ਸਾਨੂੰ ਜਾਣ ਦੀ ਕੀ ਲੋੜ ਹੈ, ਇਹਦੇ ਵਿੱਚ ਸਾਡੀ ਲੋੜ ਨਹੀਂ ਹੈਗੀ ਸਾਡੀ ਸਪੋਰਟ ਪਾਉਣ ਦੀ, ਨਾ ਉਹ ਬਥੇਰੇ ਲੋਕੀ ਜਾ ਰਹੇ ਆ। ਨੋ, ਇਹੋ ਜਿਹੇ ਮੌਕਿਆਂ 'ਤੇ ਹੀ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਜਨਾਨੀਆਂ ਨੂੰ ਬਟ ਪੂਰੇ ਪਰਿਵਾਰ ਨੂੰ। ਜਾ ਕੇ ਖੜੇ ਹੋ ਉਹਨਾਂ ਜਨਾਨੀਆਂ ਦੇ ਨਾਲ ਜੋ ਪੂਰੀ ਸੁਸਾਇਟੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀਆਂ, ਬਰਾਬਰੀ ਦੀ ਲੜਾਈ ਲੜ ਰਹੀਆਂ। ਬਰਾਬਰੀ ਦੀ ਲੜਾਈ ਦੇ ਵਿੱਚ ਖਾਸ ਕਰਕੇ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਬਹੁਤ ਹੀ ਅਸੀਂ ਇੱਕ ਇੰਟਰਸਟਿੰਗ ਕ੍ਰਾਸ ਰੋਡਸ 'ਤੇ ਖੜੇ ਹਾਂ। ਜੋ ਔਰਤਾਂ ਦੇ ਰੀਪਰੋਡਕਟਿਵ, ਔਰਤਾਂ ਦੇ ਹੈਲਥ ਕੇਅਰ ਰਾਈਟਸ ਉੱਤੇ ਅਟੈਕ ਹੋ ਰਿਹਾ, ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ। ਵਨਸ ਅਗੇਨ ਲਾਈਵ ਅੱਜ ਤੁਹਾਡੇ ਨਾਲ ਜੁੜੇ ਹਾਂ, ਤੁਸੀਂ ਵੀ ਕਾਲ ਕਰਕੇ ਆਪ ਦੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਤੁਹਾਡੀ ਕੋਈ ਇਹੋ ਜਿਹਾ ਐਕਸਪੀਰੀਅੰਸ ਹੈਗਾ ਜਿੱਥੇ ਤੁਸੀਂ ਆਪ ਵੇਖਿਆ ਕਿ ਹਲੇ ਵੀ ਔਰਤਾਂ ਦੇ ਹੱਕਾਂ ਦੇ ਵਿੱਚ ਕਿੰਨੀ ਪ੍ਰੋਗਰੈਸ ਦੀ ਲੋੜ ਹੈ। ਤੁਹਾਡੀ ਕੋਈ ਇਹੋ ਜਿਹੀ ਕਹਾਣੀਆਂ ਹੈਗੀਆਂ, ਤੁਸੀਂ ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ। ਲਾਈਵ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਲਾਈਵ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ। ਅੱਜ ਦਾ ਮੁੱਦਾ, ਅੱਜ ਤੁਹਾਡੇ ਨਾਲ ਅਸੀਂ ਇਸ ਇੰਟਰਨੈਸ਼ਨਲ ਵੂਮਨਸ ਡੇ 'ਤੇ ਲਾਈਵ ਹਾਜ਼ਰ ਹੋਏ ਹਾਂ। ਜ਼ਰੂਰ ਕਾਲ ਕਰਕੇ ਆਪਦੇ ਵਿਚਾਰ, ਆਪਦੀ ਸਟੋਰੀਜ਼ ਸਾਡੇ ਨਾਲ ਸ਼ੇਅਰ ਕਰੋ। ਅੱਜ ਇੱਕ ਇਹੋ ਜਿਹਾ ਦਿਹਾੜਾ ਹੈਗਾ ਕਿ ਹਰੇਕ ਕੋਲ ਚੰਗੀਆਂ ਕਹਾਣੀਆਂ ਵੀ ਹੋਣੀਆਂ, ਮਾੜੀਆਂ ਵੀ ਹੋਣੀਆਂ, ਕਿ ਕਿਸ ਤਰ੍ਹਾਂ ਸਾਡੀ ਸੁਸਾਇਟੀ ਦੇ ਵਿੱਚ ਕਿੰਨੀ ਕੁ ਹਲੇ ਵੀ ਲੋੜ ਹੈਗੀ ਮਿਹਨਤ ਕਰਨ ਦੀ ਤਾਂ ਕਿ ਬਰਾਬਰੀ ਹੋਵੇ ਔਰਤਾਂ ਦੇ ਵਿੱਚ ਅਤੇ ਮਰਦਾਂ ਦੇ ਵਿੱਚ। ਬਿਕੋਜ਼ ਭਾਵੇਂ ਅਸੀਂ ਆਪਣੇ ਜਿੱਥੇ ਸਾਡੀ ਜੜ੍ਹਾਂ ਹੈਗੀਆਂ ਉੱਥੇ ਵੇਖ ਲਈਏ,
ਇੰਡੀਆ ਦੀ ਜਦੋਂ ਗੱਲ ਆਉਂਦੀ ਹੈ ਜਾਂ ਉੱਥੇ ਦੇ ਮੁਲਕਾਂ ਦੀ ਜਦੋਂ ਗੱਲ ਆਉਂਦੀ ਹੈ, ਏਸ਼ੀਅਨ ਸਾਊਥ ਏਸ਼ੀਅਨ ਮੁਲਕਾਂ ਦੀ ਗੱਲ ਆਉਂਦੀ, ਕਿੰਨੇ ਕੁ ਪ੍ਰੋਗਰੈਸ ਦੀ ਹਲੇ ਵੀ ਲੋੜ ਹੈ। ਐਟਲੀਸਟ ਇੰਡੀਆ ਦੇ ਵਿੱਚ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਔਰਤ ਜਾਤ ਨੂੰ ਪੜ੍ਹਨ ਲਿਖਣ ਦਾ, ਕੰਮ ਕਰਨ ਦਾ, ਇੱਕ ਮੋਸਟਲੀ ਫਰੀ ਜ਼ਿੰਦਗੀ ਜੀਣ ਦਾ ਇੰਨਾ ਕੁ ਤਾਂ ਹੱਕ ਹੈਗਾ। ਪਾਕਿਸਤਾਨ ਦੇ ਵਿੱਚ ਅੱਜ ਔਰਤ ਦਿਨ ਨੂੰ ਲੈ ਕੇ ਕਾਫੀ ਪ੍ਰੋਟੈਸਟ ਹੋਈਆਂ, ਬਿਕੋਜ਼ ਉੱਥੇ ਦੀ ਜਨਾਨੀਆਂ ਨੇ ਇਸ ਚੀਜ਼ ਨੂੰ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਦੇ ਵਿੱਚ ਹਜੇ ਵੀ ਔਰਤਾਂ ਨੂੰ ਇੱਕ ਉਹ ਬਰਾਬਰ ਦੀ ਜਗ੍ਹਾ ਨਹੀਂ ਦਿੱਤੀ ਗਈ। ਇਨਫੈਕਟ ਇੱਕ ਬੇਸਿਕ ਸੇਫਟੀ ਵੀ ਨਹੀਂ ਦਿੱਤੀ ਗਈ। ਉਹ ਤੋਂ ਮਾੜਾ ਹੋਰ ਵੀ ਤੁਸੀਂ ਦੇਖੋ ਅਫਗਾਨਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਉੱਥੇ ਜਨਾਨੀਆਂ ਨੂੰ ਜਦੋਂ ਤੋਂ ਯੂਨਾਈਟਿਡ ਸਟੇਟਸ ਦੀ ਫੋਰਸਿਸ ਪੁੱਲ ਆਊਟ ਕੀਤੀਆਂ, ਤਾਲਿਬਾਨ ਦੀ ਜੋ ਟੇਕ ਓਵਰ ਹੋਇਆ ਉਹਦੇ ਹੇਠ ਹੋਰ ਵੀ ਸਖਤ ਤੁਸੀਂ ਕਹਿ ਲਓ ਕੰਡੀਸ਼ਨਸ ਔਰਤਾਂ ਉੱਤੇ ਰੱਖੀਆਂ ਗਈਆਂ। ਸਕੂਲਿੰਗ, ਪ੍ਰੋਫੈਸ਼ਨਲ ਵਰਕ, ਨਾਨ ਪ੍ਰੋਫਿਟ ਵਰਕ, ਇਨ ਸਾਰੀ ਚੀਜ਼ਾਂ ਉੱਤੇ ਪਾਬੰਦੀਆਂ ਲਗਾਤੀਆਂ ਗਈਆਂ। ਅਤੇ ਇਸ ਵੇਲੇ ਅਫਗਾਨਿਸਤਾਨ ਨੂੰ ਯੂਨਾਈਟਿਡ ਨੇਸ਼ਨਸ ਨੇ ਕਰਾਰ ਦਿੱਤਾ ਹੈ ਐਜ਼ ਦ ਕੰਟਰੀ ਵਿਦ ਦ ਮੋਸਟ ਰਿਪਰੈਸਡ ਵੂਮਨ, ਸਭ ਤੋਂ ਜ਼ਿਆਦਾ ਦਬੀਆਂ ਹੋਈਆਂ ਔਰਤਾਂ ਜਿਨ੍ਹਾਂ ਦੇ ਕੋਲ ਬਿਲਕੁਲ ਹੱਕ ਨਹੀਂ ਹੈਗੇ। ਅੱਜ ਦੀ ਡੇਟ ਦੇ ਵਿੱਚ ਯੂਨਾਈਟਿਡ ਨੇਸ਼ਨਸ ਕਹਿੰਦਾ ਕਿ ਅਫਗਾਨਿਸਤਾਨ ਦੇ ਵਿੱਚ ਰਹਿ ਰਹੀਆਂ। ਐਂਡ ਥਿੰਕ ਆਫ ਦੋਜ਼ ਵੂਮਨ, ਉਨ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਦਾ ਪੂਰਾ ਫਿਊਚਰ ਉਹਨਾਂ ਦੇ ਅੱਗੇ ਸੀਗਾ, ਜਿਨ੍ਹਾਂ ਦੇ ਕੋਲ ਸਕੂਲ ਜਾਣ ਦਾ ਮੌਕਾ ਸੀਗਾ ਪਿਛਲੇ 10-20 ਸਾਲਾਂ ਦੇ ਵਿੱਚ, ਜਿਨ੍ਹਾਂ ਨੂੰ ਇੱਕ ਨੌਕਰੀ ਲੈਣ ਦਾ ਮੌਕਾ ਸੀਗਾ, ਇੱਕ ਕਰੀਅਰ ਬਣਾਉਣ ਦਾ ਮੌਕਾ ਸੀਗਾ, ਦੁਨੀਆ ਨੂੰ ਸੁਧਾਰਨ ਦਾ ਮੌਕਾ ਸੀ। ਹੁਣ ਉਹ ਸਾਰੀ ਚੀਜ਼ਾਂ ਉਨ ਬੱਚਿਆਂ ਲਈ, ਉਨ ਔਰਤਾਂ ਲਈ ਐਗਜ਼ਿਸਟ ਨਹੀਂ ਕਰਦੀਆਂ। ਐਂਡ ਈਵਨ ਦੋ ਪੂਰੀ ਦੁਨੀਆ ਵੇਖ ਰਹੀ ਹੈ, ਬਿਕੋਜ਼ ਅੱਜ ਦੀ ਡੇਟ ਦੇ ਵਿੱਚ ਇੰਟਰਨੈਟ ਕਰਕੇ, ਸੋਸ਼ਲ ਮੀਡੀਆ ਕਰਕੇ ਕੁਛ ਵੀ ਛੁਪਿਆ ਨਹੀਂ ਹੈਗਾ, ਹਰ ਇੱਕ ਚੀਜ਼ ਝੱਟ ਸ਼ੇਅਰ ਹੋ ਜਾਂਦੀ ਹੈ। ਪੂਰੀ ਦੁਨੀਆ ਵੇਖ ਰਹੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਕੀ ਕੁਛ ਹੋ ਰਿਹਾ ਹੈ, ਬਟ ਕੁਛ ਵੀ ਐਕਸ਼ਨ ਨਹੀਂ ਕੋਈ ਲੈ ਪਾ ਰਿਹਾ। ਹਾਊ ਕੈਨ ਵੀ ਸਿਟ ਬਾਏ ਐਂਡ ਲੈਟ ਦੈਟ ਹੈਪਨ? ਇਹ ਤਾਂ ਚਲੋ ਅਫਗਾਨਿਸਤਾਨ ਦੀ ਗੱਲ ਹੈ, ਪਰ ਵਾਟ ਅਬਾਊਟ ਹੇਅਰ ਇਨ ਦ ਯੂਨਾਈਟਿਡ ਸਟੇਟਸ? USA ਦੇ ਵਿੱਚ ਇੱਕ ਬਹੁਤ ਵੱਡੀ ਬੈਟਲ, ਜੰਗ ਇਸ ਵੇਲੇ ਜਾਰੀ ਹੈ ਔਰਤਾਂ ਦੇ ਸਿੰਪਲ ਹੈਲਥ ਕੇਅਰ ਚੋਇਸਿਸ ਨੂੰ ਲੈ ਕੇ। ਕੁਝ ਇਹੋ ਜਿਹੀ ਚੋਇਸਿਸ ਜੋ ਕੋਈ ਵੀ ਔਰਤ ਸ਼ਾਇਦ ਨਾ ਆਪਣੇ ਵੱਲੋਂ ਬਣਾਏ, ਬਟ ਕਦੀ ਕਵਾਰ ਸਿਚੁਏਸ਼ਨ ਕਹਿੰਦੀ ਹੈ ਕਿ ਤੁਹਾਨੂੰ ਇਹੋ ਜਿਹੀ ਚੋਇਸ ਬਣਾਉਣੀ ਪੈਂਦੀ ਹੈ। ਲੈਟਸ ਲੁੱਕ ਐਟ ਟੈਕਸਸ ਫॉर ਐਗਜ਼ਾਮਪਲ। ਤੁਹਾਨੂੰ ਅਸੀਂ ਕੌਨਸਟੈਂਟ ਰਿਪੋਰਟਿੰਗ ਦੇ ਵਿੱਚ ਦੱਸਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਜਦੋਂ ਤੋਂ ਯੂਨਾਈਟਿਡ ਸਟੇਟਸ ਦੀ ਸੁਪਰੀਮ ਕੋਰਟ ਨੇ ਇੱਥੇ ਦਾ 50 ਸਾਲ ਪੁਰਾਣਾ ਰੋ ਵਰਸਸ ਵੇਡ, ਜੋ ਕਿ ਔਰਤਾਂ ਨੂੰ ਨੈਸ਼ਨਲ ਲੈਵਲ ਦੀ ਅਬੋਰਸ਼ਨ ਪ੍ਰੋਟੈਕਸ਼ਨ ਗਾਰੰਟੀ ਕਰਦਾ ਸੀ, ਉਹਨੂੰ ਸੁਪਰੀਮ ਕੋਰਟ ਨੇ ਨੌਕ ਡਾਊਨ ਕੀਤਾ। ਉਸ ਤੋਂ ਬਾਅਦ ਕਿਸ ਤਰ੍ਹਾਂ ਵੱਖ-ਵੱਖ ਸਟੇਟਾਂ ਨੇ ਪਾਬੰਦੀਆਂ ਇਨਫੋਰਸ ਕੀਤੀਆਂ ਅਬੋਰਸ਼ਨ ਉੱਤੇ। ਦੈਟਸ ਆਲ ਫਾਈਨ, ਡਜ਼ਨਟ ਮੈਟਰ ਪੋਲੀਟੀਕਲੀ ਸਪੀਕਿੰਗ ਤੁਸੀਂ ਕਿਸ ਪਾਰਟੀ ਦੇ ਨਾਲ ਜਾਂ ਕਿਸ ਸਾਈਡ ਦੇ ਨਾਲ ਜੁੜੇ ਹੋਏ ਹੋ, ਕੰਜ਼ਰਵੇਟਿਵ, ਲਿਬਰਲ, ਪ੍ਰੋਗਰੈਸਿਵ, ਹਾਰਡ ਰਾਈਟ, ਰਿਪਬਲਿਕਨ, ਡੈਮੋਕ੍ਰੈਟ। ਬਟ ਜਦੋਂ ਹੈਲਥ ਕੇਅਰ ਦੀ ਗੱਲ ਆਉਂਦੀ ਹੈ, ਕਿਸੇ ਦੀ ਜ਼ਿੰਦਗੀ ਦੀ ਗੱਲ ਆਉਂਦੀ ਹੈ, ਕਿਸੇ ਦੀ ਅਨਬੋਰਨ ਬੇਬੀ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਤਾਂ ਕੋਈ ਪੋਲੀਟਿਕਸ ਨਹੀਂ ਹੋਣੇ ਚਾਹੀਦੇ। ਫਿਰ ਵੀ ਸਾਨੂੰ ਪੋਲੀਟਿਕਸ ਵੇਖਣ ਨੂੰ ਮਿਲ ਰਹੇ। ਐਂਡ ਆਫ ਕੋਰਸ ਹੂ ਸਫਰਸ ਦ ਮੋਸਟ? ਦ ਵੂਮਨ। ਇੰਨੇ ਮਾੜੇ ਪੋਲੀਟਿਕਸ ਹੋ ਗਏ ਕਿ ਟੈਕਸਸ ਵਿੱਚੋਂ 7 ਔਰਤਾਂ ਨੇ ਟੈਕਸਸ ਵਿੱਚ ਸਟੇਟ ਨੂੰ ਸੂ ਕੀਤਾ, ਇੱਕ ਲਾਸੂਟ ਦਰਜ ਕੀਤਾ ਗਿਆ ਹੈ ਟੈਕਸਸ ਸਟੇਟ ਦੇ ਖਿਲਾਫ 7 ਔਰਤਾਂ ਵੱਲੋਂ। ਐਂਡ ਉਹਨਾਂ ਦੀ ਸਟੋਰੀਜ਼ ਇੰਨੀ ਮਤਲਬ ਦੁੱਖ ਭਰੀਆਂ ਹੈਗੀਆਂ, ਮੈਂ ਤੁਹਾਨੂੰ ਪੂਰੀ ਤਰ੍ਹਾਂ ਦੱਸ ਵੀ ਨਹੀਂ ਸਕਦੀ। ਮੈਂ ਤੁਹਾਨੂੰ ਇੱਕ ਸਟੋਰੀ ਦੱਸਦੀ ਹਾਂ। ਇੱਕ ਹਸਬੈਂਡ ਵਾਈਫ ਪ੍ਰੈਗਨੈਂਟ ਹੁੰਦੇ ਆ ਐਂਡ ਦੇ ਆਰ ਐਕਸਾਈਟਿਡ, ਉਹ ਕਿੰਨੇ ਚਾਅ ਦੇ ਨਾਲ ਆਪਣੇ ਨਵੇਂ ਬੱਚੇ ਨੂੰ ਮਿਲਣ ਦੀ ਉਹਨਾਂ ਨੂੰ ਇੰਤਜ਼ਾਰ, ਐਕਸਾਈਟਮੈਂਟ ਹੋ ਰਹੀ ਹੁੰਦੀ ਹੈ। ਡਾਕਟਰ ਕੋਲ ਜਾਂਦੇ ਆ ਐਂਡ ਪਤਾ ਲੱਗਦਾ ਹੈ ਕਿ ਉਸ ਬੱਚੇ ਨੂੰ ਇੱਕ ਇਹੋ ਜਿਹੀ
ਕੰਡੀਸ਼ਨ ਹੈਗੀ ਜਿਹਦੇ ਕਰਕੇ ਉਹ ਜੀ ਨਹੀਂ ਸਕਦਾ, ਉਹ ਵੱਡਾ ਨਹੀਂ ਹੋ ਸਕਦਾ। ਹੋਰ ਇਸ ਔਰਤ ਨੂੰ ਦੱਸਿਆ ਜਾਂਦਾ ਹੈ ਕਿ ਇਹ ਜੋ ਤੇਰੀ ਪ੍ਰੈਗਨੈਂਸੀ ਹੈਗੀ ਇਹ ਵਾਇਬਲ ਨਹੀਂ ਹੋਏਗੀ, ਇਹ ਬੱਚਾ ਨਹੀਂ ਪੈਦਾ ਹੋ ਸਕਦਾ, ਬਟ ਕਿਉਂਕਿ ਇਸ ਵੇਲੇ ਬੱਚੇ ਦਾ ਹਾਰਟ ਬੀਟ ਕਰ ਰਿਹਾ ਹੈ ਐਂਡ ਤੇਰੀ ਜਾਨ ਨੂੰ ਕੋਈ ਇਸ ਵੇਲੇ ਖਤਰਾ ਨਹੀਂ ਹੈਗਾ, ਅਸੀਂ ਇਸ ਪ੍ਰੈਗਨੈਂਸੀ ਨੂੰ ਟਰਮੀਨੇਟ ਨਹੀਂ ਕਰ ਸਕਦੇ। ਬਿਕੋਜ਼ ਟੈਕਸਿਸ ਦਾ ਇਹ ਨਵਾਂ ਕਾਨੂੰਨ ਹੈ ਕਿ ਅਗਰ ਇਸ ਪ੍ਰੈਗਨੈਂਸੀ ਨੂੰ ਤੂੰ ਟਰਮੀਨੇਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤੂੰ ਵੀ ਜੇਲ੍ਹ ਜਾਓਗੀ for homicide as well as the doctors who perform the procedure। ਇਸ ਔਰਤ ਨੂੰ ਵੇਟ ਕਰਨੀ ਪਈ, ਕਿੰਨੇ ਮਹੀਨੇ ਵੇਟ ਕਰਨੀ ਪਈ ਇੱਕ ਇਹੋ ਜਿਹੀ ਪ੍ਰੈਗਨੈਂਸੀ ਦੇ ਨਾਲ ਜੋ ਉਹਨੂੰ ਪਤਾ ਸੀ ਕਿ ਉਹ ਬੱਚਾ ਕਦੀ ਨਹੀਂ ਜਿਊਗਾ। ਜਦੋਂ ਬੱਚਾ ਪੈਦਾ ਹੋਇਆ he didn't make it ਐਂਡ ਉਸ ਪ੍ਰੈਗਨੈਂਸੀ ਨੂੰ ਕੈਰੀ ਕਰਨ ਕਰਕੇ ਉਸ ਔਰਤ ਦੀ ਬੋਡੀ ਉੱਤੇ ਜੋ ਨੈਗੇਟਿਵ ਇੰਪੈਕਟ ਹੋਇਆ ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅੱਗੇ ਜਾ ਕੇ ਵੀ ਨਹੀਂ ਪ੍ਰੈਗਨੈਂਟ ਹੋ ਸਕਦੀ। ਇਹ ਔਰਤ ਮਾਂ ਬਣਨਾ ਚਾਹੁੰਦੀ ਸੀ ਬਟ ਇਹ ਨਹੀਂ ਬਣ ਪਾਈ ਇਸ ਕਾਨੂੰਨ ਕਰਕੇ। ਸ਼ੀ ਇਜ਼ ਵਨ ਆਫ ਦ ਵਨਸ ਜੋ ਕਿ ਟੈਕਸਿਸ ਖਿਲਾਫ ਲਾਸੂਟ ਲੈ ਕੇ ਆ ਰਹੀ ਹੈ। ਸੋ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਕਿੱਥੇ ਤੱਕ ਅਸੀਂ ਲਾਈਨ ਡਰਾ ਕਰਦੇ ਹਾਂ ਕਿ ਸੇਮ ਚੀਜ਼ ਅਗਰ ਕਿਸੇ ਆਦਮੀ ਦੀ ਹੈਲਥ ਨੂੰ ਕੋਈ ਖਤਰਾ ਹੁੰਦਾ ਕੀ ਉਹਨਾਂ ਨੂੰ ਉਹ ਪ੍ਰੋਸੀਜਰ ਨਾ ਦਿੱਤਾ ਜਾਂਦਾ। ਜਦੋਂ ਅਸੀਂ ਹੈਲਥ ਕੇਅਰ ਦੀ ਗੱਲ ਕਰਦੇ ਹਾਂ ਕੀ ਹੈਲਥ ਕੇਅਰ ਦੇ ਵਿੱਚ ਬਰਾਬਰੀ ਨਹੀਂ ਹੋਣੀ ਚਾਹੀਦੀ ਕਿ ਇਕੁਆਲਿਟੀ ਸਿਰਫ ਤਾਂ ਸਿਰਫ ਸਾਡੀ ਕਨਵੀਨੀਅੰਸ ਉੱਤੇ ਚੱਲਦੀ ਹੈ। ਬਿਕੋਜ਼ ਅੱਜ ਦੀ ਡੇਟ ਦੇ ਵਿੱਚ ਇਕੁਆਲਿਟੀ ਤਾਂ ਜ਼ਰੂਰ ਹੈਗੀ ਯੂਨਾਈਟਿਡ ਸਟੇਟਸ ਦੇ ਵਿੱਚ। ਇਟਸ ਅ ਫਰਸਟ ਵਰਲਡ ਕੰਟਰੀ, ਮਾਡਰਨ ਕੰਟਰੀ, ਵੈਸਟਰਨ ਕੰਟਰੀ। ਇੱਥੇ ਔਰਤ ਜਾਤ ਕੀ ਕੁਛ ਨਹੀਂ ਕਰ ਸਕਦੀ, ਪ੍ਰੈਜ਼ੀਡੈਂਟ ਤੱਕ ਲਈ ਇੱਥੇ ਖੜੀ ਹੋ ਸਕਦੀ ਹੈ। ਨਿੱਕੀ ਹੇਲੀ ਨੂੰ ਵੇਖ ਲਓ, ਸਾਡੀ ਆਪਣੀ ਕੁੜੀ ਪ੍ਰੈਜ਼ੀਡੈਂਟ ਲਈ ਖੜੀ ਹੋ ਰਹੀ, ਉਹ ਵੀ ਰਿਪਬਲਿਕਨ ਪਾਰਟੀ ਦੀ ਸਾਈਡ ਤੋਂ। ਬਟ ਇੱਥੇ ਵੀ ਬਹੁਤ ਕੰਮ ਬਾਕੀ ਹੈ। ਐਂਡ ਜਿੱਥੇ ਤੱਕ ਇਹ ਹੈਲਥ ਕੇਅਰ ਦੀ ਲੜਾਈ ਆਉਂਦੀ ਹੈ ਅੱਗੇ, ਇਹ ਤਾਂ ਮੈਂ ਤੁਹਾਨੂੰ ਇੱਕ ਐਕਸਟ੍ਰੀਮ ਐਗਜ਼ਾਮਪਲ ਦੱਸਿਆ। ਇਹ ਤਾਂ ਅਬੋਰਸ਼ਨ ਇੱਕ ਬਹੁਤ ਹੀ ਪੋਲੀਟੀਸਾਈਜ਼ਿੰਗ ਬਹੁਤ ਗਰਮ ਮੁੱਦਾ ਇਸ ਵੇਲੇ ਬਣਿਆ ਹੋਇਆ ਯੂਨਾਈਟਿਡ ਸਟੇਟਸ ਦੇ ਵਿੱਚ। ਬਟ ਹੈਲਥ ਕੇਅਰ ਨੂੰ ਲੈ ਕੇ ਸਟੱਡੀਜ਼ ਜੋ ਕਿ ਕਿੰਨੇ ਡੈਕੇਡਸ ਪਿੱਛੇ ਡੇਟਾ ਨੂੰ ਵੇਖਦੀਆਂ ਸਾਨੂੰ ਦੱਸਦੀਆਂ ਕਿ ਔਰਤਾਂ ਨੂੰ ਕੰਸਿਸਟੈਂਟਲੀ ਘੱਟ ਅਤੇ ਲੈਸ ਕੁਆਲਿਟੀ ਹੈਲਥ ਕੇਅਰ ਮਿਲਦੀ ਹੈ, ਕਿ ਔਰਤਾਂ ਨੂੰ ਅਕਸਰ ਉਹਨਾਂ ਦੇ ਹੈਲਥ ਕੇਅਰ ਪ੍ਰੋਫੈਸ਼ਨਲਸ, ਉਹਨਾਂ ਦੇ ਡਾਕਟਰਸ ਡਿਸਮਿਸ ਕਰਦੇ ਆ ਜਦੋਂ ਉਹਨਾਂ ਨੂੰ ਜਾ ਕੇ ਕਹਿੰਦੇ ਮੇਰੇ ਨਾਲ ਇਹ ਮੈਨੂੰ ਬੋਦਰ ਕਰ ਰਿਹਾ ਜਾਂ ਇਹ ਦੁੱਖ ਰਿਹਾ ਜਾਂ ਇਹ ਮੈਨੂੰ ਲੱਗਦਾ ਸ਼ਾਇਦ ਮੇਰੇ ਨਾਲ ਗਲਤ ਹੈਗਾ। ਕਿ ਇਹ ਇੱਕ ਡਾਕੂਮੈਂਟਡ ਸਟੱਡੀਡ ਫੈਕਟ ਹੈਗਾ ਕਿ ਔਰਤਾਂ ਨੂੰ ਮੈਡੀਕਲ ਸਿਸਟਮ ਦੇ ਵਿੱਚ ਘੱਟ ਕੇਅਰ ਮਿਲਦੀ ਹੈ। ਐਂਡ ਇਹਦੇ ਵਿੱਚ ਅਗਰ ਤੁਸੀਂ ਹੋਰ ਡੀਪ ਡਾਊਨ ਦੇਖੋ, ਜੋ ਔਰਤਾਂ ਮਾਈਨੋਰਿਟੀ ਕਮਿਊਨਿਟੀਜ਼ ਤੋਂ ਆਉਂਦੀਆਂ, ਵੂਮਨ ਆਫ ਕਲਰ, ਉਹਨਾਂ ਨੂੰ ਤਾਂ ਹੋਰ ਵੀ ਘੱਟ ਕੇਅਰ ਮਿਲਦੀ ਹੈ। ਇਨਫੈਕਟ ਇੱਕ ਸਟੱਡੀ ਦੱਸਦੀ ਹੈ ਕਿ ਜੋ ਮੋਰਟੈਲਿਟੀ ਰੇਟ ਇੱਕ ਅਫਰੀਕਨ ਅਮਰੀਕਨ ਔਰਤ ਦਾ ਹੈਗਾ ਜੋ ਡਿਲੀਵਰ ਕਰਦੀ ਹੈ, ਇੱਕ ਬੇਬੀ ਨੂੰ ਡਿਲੀਵਰ ਕਰਦੀ ਹੈ, ਵਰਸਸ ਅ ਵਾਈਟ ਵੂਮਨ ਜੋ ਕਿ ਇੱਕ ਹਸਪੀਟਲ ਜਾ ਕੇ ਇੱਕ ਬੇਬੀ ਨੂੰ ਡਿਲੀਵਰ ਕਰਦੀ ਹੈ, ਦੁੱਗਣਾ ਹੈਗਾ, twice as high। ਕਿ ਜਦੋਂ ਇੱਕ ਅਫਰੀਕਨ ਅਮਰੀਕਨ ਔਰਤ ਬੇਬੀ ਬੱਚਾ ਪੈਦਾ ਕਰਨ ਜਾਂਦੀ ਹੈ ਹਸਪੀਟਲ ਦੇ ਵਿੱਚ, twice as many times as a white woman ਕਿ ਉਹਦੀ ਉਸ ਹਸਪੀਟਲ ਦੇ ਵਿੱਚ ਡੈਥ ਹੋਏਗੀ, mortality rate। So once again ਅਸੀਂ ਇੱਕ ਫਰਸਟ ਵਰਲਡ ਕੰਟਰੀ ਦੀ ਗੱਲ ਕਰ ਰਹੇ ਹਾਂ। ਅਗਰ ਯੂਨਾਈਟਿਡ ਸਟੇਟਸ ਦੇ ਵਿੱਚ ਇੱਥੇ ਜਿੱਥੇ ਔਰਤ ਜਾਤ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਅਗਰ ਇੱਥੇ ਵੀ ਇੱਕ ਜਨਾਨੀ ਹਸਪੀਟਲ ਜਾ ਕੇ ਇਹ ਨਹੀਂ ਮਹਿਸੂਸ ਕਰਦੀ, ਕੌਨਫੀਡੈਂਸ ਨਹੀਂ ਮਹਿਸੂਸ ਕਰਦੀ ਕਿ ਉਹਦੇ ਡਾਕਟਰਸ ਉਹਨੂੰ ਚੰਗੀ ਤਰ੍ਹਾਂ ਸੁਣਨਗੇ, ਉਹਦੇ ਬਾਰੇ ਕਦਰ ਕਰਨਗੇ, ਉਹਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਨਗੇ, ਨਾ ਕਿ ਇਹ ਤਾਂ ਉੱਦਾਂ ਹੀ ਜਿੱਦਾਂ ਕਹਿੰਦੇ ਨਾ ਪਾਗਲ ਜੀ ਆ ਗਈ, ਇਹਨੂੰ ਕੱਢੋ ਇੱਥੋਂ। We have work to do। ਐਂਡ ਇਸ ਏਰੀਆ ਦੇ ਵਿੱਚ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਿੱਖ ਹੋਣ ਦੇ ਨਾਤੇ ਸਾਨੂੰ ਇੱਕ ਇਹੋ ਜਿਹੀ ਤੁਸੀਂ ਕਹਿ ਲਓ ਸਿੱਖਿਆ ਦਿੱਤੀ ਗਈ ਹੈ
ਸ਼ੁਰੂ ਤੋਂ ਹੀ ਦੱਸਿਆ ਗਿਆ ਹੈ ਕਿ ਔਰਤ ਜਾਤ ਬਰਾਬਰ ਹੁੰਦੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਅਸੀਂ ਆਪਣੀ ਇਨ ਵੈਲਿਊਜ਼ ਨੂੰ, ਆਪਣੀ ਸਿੱਖ ਤੁਸੀਂ ਕਹਿ ਲਓ ਮੋਰਲ ਕੰਪਸ ਨੂੰ ਕਿਸ ਤਰ੍ਹਾਂ ਬਾਕੀ ਸੁਸਾਇਟੀ ਨਾਲ ਸ਼ੇਅਰ ਕਰ ਸਕਦੇ ਹਾਂ। ਕਿਸੇ ਨੇ ਮੈਨੂੰ ਕਿਹਾ ਸੀ ਕਾਫੀ ਚਿਰ ਪਹਿਲੇ ਕਿ ਗੁਰੂ ਨਾਨਕ ਦੇਵ ਜੀ ਓਰੀਜਨਲ ਫੈਮਿਨਿਸਟ ਸੀਗੇ, ਕਿ ਉਹ ਤਾਂ ਉਸ ਟਾਈਮ ਫੈਮਿਨਿਸਟ ਸੀਗੇ ਜਦੋਂ ਫੈਮਿਨਿਜ਼ਮ ਲਫ਼ਜ਼ ਵੀ ਨਹੀਂ ਕਿੱਥੇ ਐਗਜ਼ਿਸਟ ਕਰਦਾ ਸੀ, ਕਿ ਸਾਡੇ ਲਈ ਤਾਂ ਈਜ਼ੀ ਹੋਣਾ ਚਾਹੀਦਾ ਹੈ ਕਿ ਸਾਨੂੰ ਸਿੱਖਾਂ ਨੂੰ ਇਸ ਏਰੀਆ ਦੇ ਵਿੱਚ ਲੀਡਰਸ਼ਿਪ ਦਿਖਾਣੀ ਚਾਹੀਦੀ ਹੈ। ਇਹਦੇ ਬਾਰੇ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਹਾਂ। ਲਾਈਵ ਤੁਹਾਡੇ ਨਾਲ ਅੱਜ ਜੁੜਿਆ, ਇੱਕ ਹੋਰ ਬ੍ਰੇਕ ਦਾ ਇੱਥੇ ਸਮਾਂ ਆ ਗਿਆ, ਕਿਤੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਲਾਈਵ ਤੁਹਾਡੇ ਨਾਲ ਹਾਜ਼ਰ ਹੋਇਆ ਤੇ ਅੱਜ ਇਸ ਇੰਟਰਨੈਸ਼ਨਲ ਵੂਮੈਨਸ ਡੇ ਦੇ ਪ੍ਰੋਗਰਾਮ ਦੇ ਵਿੱਚ ਮੈਂ ਸਿਰਫ ਇਹੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਿਰਫ ਆਪਣੇ ਲਫ਼ਜ਼ਾਂ ਦੇ ਨਾਲ ਨਾ ਔਰਤਾਂ ਨੂੰ ਸਪੋਰਟ ਕਰੋ। ਬਹੁਤ ਚੰਗਾ ਲੱਗਦਾ ਜਦੋਂ ਅਸੀਂ ਇਨਕਰੇਜਿੰਗ ਵਰਡਸ ਕਹਿੰਦੇ ਹਾਂ, ਭਾਵੇਂ ਉਹ ਸਾਡੀ ਬੱਚੀਆਂ ਹੋਣ, ਸਾਡੀ ਬੀਬੀਆਂ ਹੋਣ, ਜਨਾਨੀਆਂ ਹੋਣ, ਬਟ ਉਨ ਲਫ਼ਜ਼ਾਂ ਤੋਂ ਜ਼ਿਆਦਾ ਐਕਸ਼ਨਸ ਹੈਲਪ ਕਰ ਸਕਦੇ ਹੈ, ਸੁਸਾਇਟੀ ਨੂੰ ਅੱਗੇ ਲੈ ਕੇ ਜਾ ਸਕਦੇ ਹੈ। ਤੁਹਾਡੇ ਐਕਸ਼ਨਸ ਭਾਵੇਂ ਉਹ ਇੱਕ ਛੋਟਾ ਛੋਟਾ ਐਕਸ਼ਨ ਹੋਏ ਕਿ ਤੁਸੀਂ ਬੱਚੀ ਨੂੰ ਇਨਕਰੇਜ ਕੀਤਾ ਕਿਸੇ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਹਿੱਸਾ ਲੈਣ ਲਈ ਜੋ ਜ਼ਿਆਦਾਤਰ ਮੁੰਡਿਆਂ ਲਈ ਹੁੰਦੀਆਂ, ਨਹੀਂ, ਬੱਚਿਆਂ ਨੂੰ ਵੀ ਇਨਕਰੇਜ ਕਰੋ। ਜਾਂ ਕੋਈ ਵੱਡਾ ਐਕਸ਼ਨ ਹੋਏ ਕਿ ਸ਼ਾਇਦ ਤੁਹਾਡੇ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਕਿਸੇ ਇੰਪਲੋਈ ਨੂੰ ਅੱਗੇ ਵਧਾਉਣਾ ਹੈ ਅਤੇ ਉਸ ਫੀਮੇਲ ਇੰਪਲੋਈ ਨੂੰ ਉਨੇ ਹੀ ਦਰਜੇ ਦੇ ਵਿੱਚ ਕੰਸੀਡਰ ਕਰੋ ਜੋ ਸ਼ਾਇਦ ਤੁਸੀਂ ਇੱਕ ਮੇਲ ਇੰਪਲੋਈ ਨੂੰ ਵੇਖੋਗੇ। ਜਦੋਂ ਅਸੀਂ ਇਕੁਆਲਿਟੀ, ਬਰਾਬਰੀ ਦੀ ਗੱਲ ਕਰਦੇ ਹਾਂ, ਐਕੁਇਟੀ ਦੀ ਗੱਲ ਕਰਦੇ ਹਾਂ, ਜੋ ਕਿ ਇਸ ਇੰਟਰਨੈਸ਼ਨਲ ਵੂਮੈਨਸ ਡੇ ਦੀ ਥੀਮ ਹੈ, ਉਸ ਐਕੁਇਟੀ ਦੇ ਵਿੱਚ ਸਾਡੇ ਸਾਰਿਆਂ ਦੀ ਲੋੜ ਹੋਣੀ ਹੈ। ਵੀ ਆਲ ਹੈਵ ਟੂ ਮੂਵ ਫੋਰਵਰਡ ਟੂਗੈਦਰ। ਅਗਰ ਅਸੀਂ ਕਿਸੇ ਨੂੰ ਵੀ ਪਿੱਛੇ ਛੱਡ ਰਹੇ ਹਾਂ, ਜਿਸ ਤਰ੍ਹਾਂ ਅੱਜ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ ਹੈ, ਦੈਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਰਾਬਰੀ ਐਗਜ਼ਿਸਟ ਕਰਦੀ ਹੈ, ਕਿ ਸੱਚੀ ਦੀ ਬਰਾਬਰੀ ਇਸ ਸੁਸਾਇਟੀ ਦੇ ਵਿੱਚ ਐਗਜ਼ਿਸਟ ਕਰਦੀ ਹੈ। ਨੋ, ਬਿਕੋਜ਼ ਵੀ ਆਰ ਓਨਲੀ ਐਜ਼ ਸਟਰੋਂਗ ਐਜ਼ ਆਰ ਵੀਕੈਸਟ ਲਿੰਕ। ਅਸੀਂ ਉਨੇ ਕੀ ਮਜ਼ਬੂਤ ਹਨ ਜਿੰਨਾ ਕੁ ਸਾਡੀ ਕਮਿਊਨਿਟੀ, ਸਾਡੀ ਸੁਸਾਇਟੀ ਦਾ ਸਭ ਤੋਂ ਕਮਜ਼ੋਰ ਮੈਂਬਰ ਮਜ਼ਬੂਤ ਹੈ। ਅਗਰ ਉਹ ਹਲੇ ਵੀ ਕਮਜ਼ੋਰ ਹਨ ਤਾਂ ਸਾਡੇ ਵਿੱਚ ਵੀ ਕਮਜ਼ੋਰੀ ਹੈ, ਇਸ ਸੁਸਾਇਟੀ ਦੇ ਵਿੱਚ ਕਮਜ਼ੋਰੀ ਹੈ, ਬਿਕਾਜ਼ ਹਜੇ ਵੀ ਇਹ ਸੁਸਾਇਟੀ ਔਰਤਾਂ ਨੂੰ ਦਬਾ ਕੇ, ਔਰਤਾਂ ਨੂੰ ਲਾਚਾਰ ਰੱਖ ਕੇ ਖੁਸ਼ ਹੈ। ਐਂਡ ਇਹਦੇ ਖਿਲਾਫ ਸਾਡਾ ਸਿੱਖ ਹੋਣ ਦੇ ਨਾਤੇ ਬਹੁਤ ਵੱਡਾ ਫਰਜ਼ ਬਣਦਾ ਹੈ ਇਹਦੇ ਵਿੱਚ ਇੱਕ ਚੇਂਜ ਲੈ ਕੇ ਆਉਣ ਦਾ। ਆਲਰੇਡੀ ਇਹ ਚੀਜ਼ਾਂ ਜਾਰੀ ਹਨ, ਜਿਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਸੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਅੱਜ ਸੈਲੀਬ੍ਰੇਸ਼ਨਸ ਨਹੀਂ, ਡੈਮੋਨਸਟ੍ਰੇਸ਼ਨਸ ਹੋ ਰਹੀਆਂ, ਪ੍ਰੋਟੈਸਟਸ ਹੋ ਰਹੀਆਂ, ਬਿਕੋਜ਼ ਭਾਵੇਂ ਉਹ ਅੱਗੋਂ ਲਾਠੀਆਂ ਪੈਣ, ਮਾਰ ਪਏ, ਵਾਇਲੈਂਸ ਹੋਵੇ, ਭਾਵੇਂ ਯੂਨਾਈਟਿਡ ਸਟੇਟਸ ਵਰਗੇ ਮੁਲਕਾਂ ਦੇ ਵਿੱਚ ਹੈਲਥ ਕੇਅਰ ਦੇ ਵੱਡੇ ਇਸ਼ੂਜ਼ ਹੋਣ, ਭਾਵੇਂ ਬੇਸਿਕ ਨੈਸੈਸਿਟੀਜ਼ ਨਾ ਹੋਣ, ਜਿਸ ਤਰ੍ਹਾਂ ਅਫਗਾਨਿਸਤਾਨ ਦੀ ਕੁੜੀਆਂ ਨੂੰ, ਇਰਾਨ ਦੀ ਕੁੜੀਆਂ ਨੂੰ ਪੜ੍ਹਾਈ ਲਿਖਾਈ ਤੋਂ ਰੋਕਿਆ ਜਾਂਦਾ ਹੈ, ਭਾਵੇਂ ਬੇਸਿਕ ਸੇਫਟੀ ਨਾ ਹੋਏ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਸ਼ਾਇਦ ਔਰਤ ਘਰੋਂ ਬਾਹਰ ਅੰਧੇਰੇ ਬਾਅਦ ਨਹੀਂ ਨਿਕਲਦੀ, ਇਹ ਸੋਚ ਕੇ ਕਿ ਸ਼ਾਇਦ ਪਤਾ ਨਹੀਂ ਮੇਰੇ ਨਾਲ ਕੀ ਹੋਏਗਾ, ਸੇਫਟੀ ਨਹੀਂ ਮਹਿਸੂਸ ਹੁੰਦੀ। ਇਹ ਏਰੀਆਜ਼ ਦੇ ਵਿੱਚ ਬਹੁਤ ਪ੍ਰੋਗਰੈਸ ਦੀ ਹਜੇ ਵੀ ਲੋੜ ਹੈ, ਬਟ ਮੈਨੂੰ ਖੁਸ਼ੀ ਹੁੰਦੀ ਹੈ ਇਸ ਮੰਚ 'ਤੇ ਬਹਿ ਕੇ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਹੋਏ, ਬਿਕੋਜ਼ ਇਸ ਮੰਚ 'ਤੇ ਹਮੇਸ਼ਾ ਔਰਤਾਂ ਨੂੰ ਸਪੋਰਟ ਕੀਤਾ ਜਾਂਦਾ ਹੈ। ਵੀ ਆਰ ਏ ਵੂਮਨ ਓਨਡ ਐਂਡ ਲੈਡ ਬਿਜ਼ਨਸ। ਕਮਿਊਨਿਟੀ ਦੀ ਵੀ ਸੇਵਾ ਕਰ ਰਹੇ ਹਾਂ ਅਤੇ ਇਸ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ ਬਿਜ਼ਨਸ ਵੀ ਕਰ ਰਹੇ ਹਾਂ। ਸਾਡੀ ਲੀਡਰ ਵੀ ਇੱਕ ਜਨਾਨੀ ਹੈ। ਸੋ ਕੁਛ ਵੀ ਕਰਨ ਦੇ ਵਿੱਚ ਔਰਤਾਂ ਮਰਦਾਂ ਤੋਂ ਪਿੱਛੇ ਨਹੀਂ ਹੈਗੀਆਂ, ਬਟ ਸਪੋਰਟ ਦੀ ਜ਼ਰੂਰ ਲੋੜ ਹੁੰਦੀ ਹੈ। ਸੋ ਇਸ ਮੈਸੇਜ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਇੰਟਰਨੈਸ਼ਨਲ ਵੂਮੈਨਸ ਡੇ ਦੀ ਲੱਖ ਲੱਖ ਵਧਾਈਆਂ। ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਇੱਕ ਜਨਾਨੀ ਨੂੰ ਜਾਂ ਸਾਰਿਆਂ ਨੂੰ ਜ਼ਰੂਰ ਆਪ ਦੀ ਸਪੋਰਟ ਜ਼ਾਹਿਰ ਕਰਿਓ। ਅਤੇ ਅਗਰ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com, ashmita@justbroadcasting.com। ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।